ਵੈਲਕਮ ਬੈਕ ਸਟੂਡੈਂਟਸ। ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਨਾਵਲ ਪ੍ਰਾਈਡ ਐਂਡ ਪ੍ਰੈਜੁਡਿਸ, ਜਿਸ ਨੂੰ ਕਿ ਜੇਨ ਆਸਟਨ ਨੇ ਲਿਖਿਆ ਹੋਇਆ ਹੈ, ਇਸ ਦੀ ਸਟੱਡੀ ਅਸੀਂ ਪਿਛਲੇ ਵੀਡੀਓ ਦੇ ਵਿੱਚ ਸਟਾਰਟ ਕੀਤੀ ਸੀ। ਪਿਛਲੇ ਵੀਡੀਓ ਦੇ ਵਿੱਚ ਅਸੀਂ ਚੈਪਟਰ 1 ਕੰਪਲੀਟ ਕਰ ਲਿਆ ਸੀ। ਅੱਜ ਅਸੀਂ ਇਸ ਨਾਵਲ ਦੇ ਚੈਪਟਰ 2 ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਕਵਰ ਕਰਾਂਗੇ। ਅੱਜ ਵਾਲੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਤੁਹਾਨੂੰ ਇੱਕ ਦੂਸਰਾ ਕੁਇਜ਼ ਵੀ ਦਿੱਤਾ ਹੋਇਆ ਹੈ, ਜੋ ਕਿ ਚੈਪਟਰ 2 ਦੇ ਟੈਕਸਟ ਦੇ ਉੱਪਰ ਬੇਸਡ ਹੈ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਅੱਜ ਦੇ ਚੈਪਟਰ 2 ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਨੂੰ ਚੰਗੀ ਤਰ੍ਹਾਂ ਸਮਝੋ, ਤਾਂ ਕਿ ਤੁਸੀਂ ਉਸ ਕੁਇਜ਼ ਦੇ ਸਾਰੇ ਕੁਐਸਚਨਸ ਸਹੀ ਤਰੀਕੇ ਨਾਲ ਸੋਲਵ ਕਰ ਪਾਓ। ਇਸ ਦੇ ਨਾਲ ਤੁਹਾਡੀ ਐਗਜ਼ਾਮੀਨੇਸ਼ਨ ਦੀ ਤਿਆਰੀ ਵੀ ਹੋਏਗੀ। ਤੁਹਾਨੂੰ ਪਤਾ ਹੈ ਕਿ ਐਗਜ਼ਾਮੀਨੇਸ਼ਨ ਦੇ ਵਿੱਚ ਮਲਟੀਪਲ ਚੁਆਇਸ ਕੁਐਸਚਨ ਆਨਸਰਸ ਤੁਹਾਨੂੰ ਪੁੱਛੇ ਜਾਂਦੇ ਨੇ। ਅੱਜ ਵਾਲਾ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਸੈਕੰਡ ਚੈਪਟਰ ਹੈ ਜੀ ਸਾਡਾ। ਮਿਸਟਰ ਬੈਨੇਟ ਵਾਜ਼ ਅਮੰਗ ਦਾ ਅਰਲੀਐਸਟ ਆਫ ਦੋਜ਼ ਹੂ ਵੇਟਡ ਔਨ ਮਿਸਟਰ ਬਿੰਗਲੇ। ਦੇਖੋ, ਮੈਂ ਤੁਹਾਨੂੰ ਕਿਹਾ ਸੀਗਾ ਨਾ, ਮਿਸਟਰ ਬੈਨੇਟ ਕੀ ਹੈ, ਇੱਕ ਤਰ੍ਹਾਂ ਦਾ ਕੈਪਰਿਸ ਪਰਸਨ ਹੈ। ਕੱਲ ਇੱਕ ਵਰਡ ਆਇਆ ਸੀ ਕੈਪਰਿਸ, ਉਹਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਕਹਿੰਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ। ਤਾਂ ਮਿਸਟਰ ਬੈਨੇਟ ਕਹਿੰਦੇ ਸਭ ਤੋਂ ਪਹਿਲਿਆਂ ਜੋ ਸੀਗਾ ਅਮੰਗ ਦਾ ਅਰਲੀਐਸਟ, ਮਿਲਣ ਵਾਲਿਆਂ ਚੋਂ ਮਿਸਟਰ ਬਿੰਗਲੇ ਨੂੰ। ਇਹ ਅਗਲੇ ਦਿਨ ਦੀ ਉਹ ਗੱਲ ਹੈ। ਮਿਸਟਰ ਬਿੰਗਲੇ ਨੂੰ ਮਿਲਣ ਵਾਲਿਆਂ ਚੋਂ ਸਭ ਤੋਂ ਪਹਿਲਾਂ ਕੌਣ ਪਹੁੰਚ ਗਿਆ? ਮਿਸਟਰ ਬੈਨੇਟ। ਹਾਲਾਂਕਿ ਮਿਸਿਸ ਬੈਨੇਟ ਨੂੰ ਕਿਵੇਂ ਦੇਖੋ ਟੀਜ਼ ਕਰ ਰਿਹਾ ਸੀਗਾ, ਮੈਂ ਨਹੀਂ ਜਾਂਦਾ, ਮੇਰੇ ਕੋਲ ਤਾਂ ਟਾਈਮ ਨਹੀਂ, ਜਦ 20 ਜਣੇ ਹੋ ਜਾਣਗੇ ਮੈਂ ਫੇਰ ਜਾਊਂਗਾ, ਇਕੱਠਿਆਂ ਨੂੰ ਮਿਲ ਆਊਂਗਾ, 100 ਗੱਲਾਂ ਕਰੀਆਂ ਸੀ ਉਹਨੇ, ਲੇਕਿਨ ਉਹ ਸਭ ਤੋਂ ਪਹਿਲਾਂ ਪਹੁੰਚ ਗਿਆ। ਇੱਥੋਂ ਇਹ ਕਲੀਅਰ ਹੁੰਦਾ ਹੈ ਕਿ ਉਹਨੂੰ ਵੀ ਚਿੰਤਾ ਤਾਂ ਹੈ ਆਪਣੀਆਂ ਕੁੜੀਆਂ ਦੀ। ਉਹ ਮਿਸਿਸ ਬੈਨੇਟ ਨੂੰ ਥੋੜਾ ਜਿਹਾ ਤੰਗੀ ਕਰਦਾ, ਟੀਜ਼ ਕਰਦਾ ਰਹਿੰਦਾ ਉਹਨੂੰ, ਹੈ ਨਾ, ਚਿੰਤਾ ਤਾਂ ਉਸਨੂੰ ਹੈ। ਤਾਂ ਹੀ ਹੋ ਗਿਆ ਮਿਸਟਰ ਬਿੰਗਲੇ ਕੋਲੇ। He had always intended to visit him। ਦੇਖੋ ਇੱਥੇ ਕਿਹਾ ਹੈ, ਕਹਿੰਦੇ ਉਹ ਹਮੇਸ਼ਾ ਚਾਹੁੰਦਾ ਸੀ। ਇੰਟੈਂਡ ਦਾ ਮਤਲਬ ਹੁੰਦਾ ਚਾਹਣਾ, ਵਾਂਟ। ਉਹ ਹਮੇਸ਼ਾ ਚਾਹੁੰਦਾ ਸੀਗਾ ਕਿ ਮੈਂ ਉਸ ਨੂੰ ਮਿਲ ਕੇ ਆਵਾਂ। ਕਿਹਨੂੰ? ਮਿਸਟਰ ਬਿੰਗਲੇ ਨੂੰ। ਹਮੇਸ਼ਾ ਚਾਹੁੰਦਾ ਸੀ। ਹਾਲਾਂਕਿ ਮਿਸਿਸ ਬੈਨੇਟ ਨੂੰ ਕੁਝ ਹੋਰ ਕਹੀ ਜਾ ਰਿਹਾ ਸੀ। Though to the last always assuring his wife that he should not go। ਹਾਲਾਂਕਿ ਉਹ ਐਂਡ ਤੱਕ, to the last, ਐਂਡ ਤੱਕ ਉਹ ਆਪਣੀ ਵਾਈਫ ਨੂੰ ਇਹ ਅਸ਼ੋਰ ਕਰਦਾ ਰਿਹਾ। ਅਸ਼ੋਰ ਦਾ ਮਤਲਬ ਉਸ ਨੂੰ ਯਕੀਨ ਦਿਲਾਉਂਦਾ ਰਿਹਾ ਕਿ ਮੈਂ ਜਾਊਂਗਾ ਨਹੀਂ, ਮੈਂ ਨਹੀਂ ਜਾਂਦਾ। ਇਹ ਅਸੀਂ ਚੈਪਟਰ 1 ਚ ਬੇਟਾ ਪੜ੍ਹ ਚੁੱਕੇ। ਚੈਪਟਰ 1 ਦੇ ਵਿੱਚ ਅਸੀਂ ਕਈ ਜਗ੍ਹਾ ਦੇਖਿਆ ਜਿੱਥੇ ਉਸਨੇ ਕਿਹਾ ਕਿ ਮੈਂ ਨਹੀਂ ਜਾਂਦਾ, ਮੇਰੇ ਕੋਲ ਟਾਈਮ ਨਹੀਂ। ਲੇਕਿਨ ਦੇਖੋ ਹਮੇਸ਼ਾ ਅੰਦਰੋਂ ਜਾਣਾ ਚਾਹੁੰਦਾ ਸੀਗਾ ਮਿਸਟਰ ਬਿੰਗਲੇ ਕੋਲ। Until the evening after the visit was paid, she had no knowledge of it। ਅਤੇ ਸ਼ਾਮ ਤੱਕ ਜਦੋਂ ਵਾਪਸ ਆ ਗਿਆ, after the visit was paid, visit ਦਾ ਮਤਲਬ ਜਦੋਂ ਉਸਨੂੰ ਮਿਲ ਕੇ ਆ ਗਿਆ। ਇੱਥੇ she ਦਾ ਮਤਲਬ ਮਿਸਿਸ ਬੈਨੇਟ ਤੋਂ ਹੈ। ਮਿਸਿਸ ਬੈਨੇਟ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ, ਮਤਲਬ ਕਿ ਉਹ ਬਿਨਾਂ ਦੱਸੇ ਮਿਸਟਰ ਬਿੰਗਲੇ ਨੂੰ ਮਿਲਣ ਗਿਆ ਸੀ। ਉਹਦੀ ਵਿਜ਼ਿਟ ਦਾ ਮਿਸਿਸ ਬੈਨੇਟ ਜਾਂ ਉਸਦੇ ਕਿਸੇ ਹੋਰ ਡਾਟਰ ਨੂੰ ਨਹੀਂ ਸੀ ਪਤਾ ਕਿ ਮਿਸਟਰ ਬੈਨੇਟ ਮਿਸਟਰ ਬਿੰਗਲੇ ਨੂੰ ਮਿਲਿਆ ਹੈ। ਚੁੱਪ ਚੁਪੀਤੇ ਜਾ ਕੇ ਮਿਲਿਆ ਹੈ। ਜਿਵੇਂ ਹੁੰਦਾ ਨਾ, ਕੋਈ ਗੁਆਂਢ ਜਾ ਕੇ ਨਵਾਂ ਬੰਦਾ ਰਹਿਣ ਲੱਗ ਜਾਂਦਾ, ਆਪਾਂ ਉਹਨੂੰ ਜਾ ਕੇ ਮਿਲਿਆ ਨੇ, ਐਵੇਂ ਜਾ ਕੇ ਉਹ ਮਿਲਿਆ ਹੈ ਉਹਨੂੰ। ਇਟ ਵਾਜ਼ ਦੈਨ ਡਿਸਕਲੋਜ਼ਡ ਇਨ ਦਾ ਫੋਲੋਇੰਗ ਮੈਨਰ। ਉਸਨੇ ਕਿਸ ਤਰੀਕੇ ਦੇ ਨਾਲ ਇਹ ਡਿਸਕਲੋਜ਼ ਕੀਤਾ ਕਿ ਮੈਂ ਮਿਲ ਕੇ ਆਇਆ ਹਾਂ? ਇਹ ਹੁਣ ਸਾਨੂੰ ਇਸ ਚੈਪਟਰ 2 ਚ ਪਤਾ ਚੱਲ। ਫੋਲੋਇੰਗ ਮੈਨਰ। Observing his second daughter employed in trimming a hat, he suddenly addressed her with। ਤਾਂ ਜਦੋਂ ਘਰ ਆਂਦਾ ਹੈ ਜੀ, ਤਾਂ ਆਪਣੀ ਸੈਕਿੰਡ ਡਾਟਰ, ਇਹਦਾ ਮਤਲਬ ਸੈਕਿੰਡ ਡਾਟਰ ਦੀ ਜਿਹੜੀ ਗੱਲ ਹੋ ਰਹੀ ਹੈ ਉਹ ਦੂਜੇ ਨੰਬਰ ਵਾਲੀ ਹੈ। ਤਾਂ ਆਪਣੀ ਸੈਕਿੰਡ ਡਾਟਰ ਨੂੰ ਦੇਖਦਾ ਹੈ। ਓਬਜ਼ਰਵ ਦਾ ਮਤਲਬ ਹੁੰਦਾ ਇੱਥੇ ਦੇਖਣਾ, ਕਿ ਉਹ ਇੱਕ ਹੈਟ ਨੂੰ ਟ੍ਰਿਮ ਕਰ ਰਹੀ ਹੈ। ਨਾ, ਟ੍ਰਿਮ ਦਾ ਮਤਲਬ ਹੁੰਦਾ ਬੇਟਾ, ਸਪੋਜ਼ ਕਰੋ ਕੋਈ ਪੁਰਾਣੀ ਜੀ ਹੈਟ ਹੋਵੇ, ਆਪਾਂ ਉਸਦੇ ਉੱਪਰ ਸਿਲਾਈ ਕਢਾਈ ਜੀ ਲੱਗ ਜਾਈਏ ਕਰਨ, ਹੈ ਨਾ, ਉਸ ਨੂੰ ਹੋਰ ਡੈਕੋਰੇਟ ਕਰ ਦਈਏ। ਹੈਟ ਨੂੰ ਹੋ ਸਕਦਾ ਕਢਾਈ ਕਰ ਰਹੀ ਹੋਵੇ, ਕੋਈ ਪੁਰਾਣੀ ਹੈਟ ਹੁੰਦੇ। ਇਹ ਨਾ ਉਸ ਟਾਈਮ ਦੇ ਵਿੱਚ ਕੀ ਸੀਗਾ ਕਿ ਜਿਹੜੀਆਂ ਲੜਕੀਆਂ ਸੀਗੀਆਂ ਇੱਦਾਂ ਦੇ ਕੰਮ ਕਰਦੀਆਂ ਹੁੰਦੀਆਂ ਸੀ ਆਪਣਾ ਟਾਈਮ ਪਾਸ ਕਰਨ ਦੇ ਲਈ। ਉਹ ਕੀ ਬੈਠੀ ਹੈ ਜੀ, ਹੈਟ ਨੂੰ ਟ੍ਰਿਮ ਕਰ ਰਹੀ ਹੈ, ਤੇ ਉਸ ਨੂੰ ਉਹ ਐਡਰੈਸ ਕਰਦਾ ਇੱਕਦਮ, ਕਿਵੇਂ? ਆਈ ਹੋਪ ਮਿਸਟਰ ਬਿੰਗਲੇ ਵਿਲ ਲਾਈਕ ਇਟ, ਲੀਜ਼ੀ। ਤਾਂ ਉਹ ਜਿਹੜੀ ਸੈਕਿੰਡ ਡਾਟਰ ਹੈ ਉਹ ਕੌਣ ਹੈ ਜੀ? ਲੀਜ਼ੀ। ਹੁਣ ਲੀਜ਼ੀ ਦੀ ਐਂਟਰੀ ਹੋ ਗਈ। ਚੈਪਟਰ 1 ਦੇ ਵਿੱਚ ਲੀਜ਼ੀ ਦਾ ਜ਼ਿਕਰ ਆਇਆ ਸੀ, ਲੇਕਿਨ ਹੁਣ ਲੀਜ਼ੀ ਉਸਦੇ ਨਾਲ ਮਤਲਬ ਗੱਲ ਕਰ ਰਹੀ ਹੈ, ਜਾਂ ਉਸ ਨਾਲ ਉਹ ਗੱਲ ਕਰ ਰਹੇ ਨੇ ਲੀਜ਼ੀ ਦੇ ਨਾਲ। ਉਹ ਕਹਿੰਦੇ ਵੀ ਮੈਨੂੰ ਲੱਗਦਾ ਕਿ ਮਿਸਟਰ ਬਿੰਗਲੇ ਇਸ ਨੂੰ ਪਸੰਦ ਕਰੇ। ਹੁਣ ਇੱਥੇ ਇਟ ਦਾ ਮਤਲਬ ਕੀ ਹੈ? ਉਸ ਹੈਟ ਤੋਂ ਹੈ ਜਿਹੜੀ ਹੈਟ ਨੂੰ ਉਹ ਟ੍ਰਿਮ ਕਰ ਰਹੀ ਹੈ, ਵੀ ਮਿਸਟਰ ਬਿੰਗਲੇ ਨੂੰ ਇਹ ਹੈਟ ਅੱਛੀ ਲੱਗੇਗੀ ਜਿਸ ਨੂੰ ਤੂੰ ਟ੍ਰਿਮ ਕਰ ਰਹੀ ਹੈ। ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਲੀਜ਼ੀ ਉਸ ਦਾ ਨਿਕਨੇਮ ਹੈ, ਤੇ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਇਹ ਸੈਕਿੰਡ ਡਾਟਰ ਹੈ, ਮਤਲਬ ਦੂਸਰੇ ਨੰਬਰ ਦੀ ਡਾਟਰ ਹੈ। ਹੁਣ ਜਦੋਂ ਜਿੱਥੇ ਤੁਸੀਂ ਚੈਪਟਰ 1 ਦੇ ਵਿੱਚ ਐਲਿਜ਼ਾਬੈਥ ਪਾਇਆ ਹੋਏਗਾ, ਉਹਦੇ ਅੱਗੇ ਤੁਸੀਂ ਇਹ ਵੀ ਲਿਖ ਸਕਦੇ ਹੋ ਸੈਕਿੰਡ ਡਾਟਰ।
ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਰੈਕਟਰ ਸਕੈਚ 'ਚ ਕੰਮ ਆਉਣਗੀਆਂ। ਜਿੰਨੀਆਂ ਤੁਸੀਂ ਸ਼ਾਰਟ ਵਰਡਸ ਲਿਖੀ ਜਾਓਗੇ ਨਾਮ ਦੇ ਅੱਗੇ, ਉਨੇ ਸੈਂਟੈਂਸਿਸ ਬਣੇ ਜਾਣਗੇ, ਤੁਹਾਡੇ ਲਈ ਸੌਖੇ ਹੋ ਜਾਣਗੇ। ਵੀ ਆਰ ਨੋਟ ਇਨ ਅ ਵੇ ਟੂ ਨੋ ਦੈਟ ਮਿਸਟਰ ਬਿੰਗਲੇ ਲਾਈਕਸ ਸਾਡਾ ਮਦਰ। ਹੁਣ ਉਹਦੀ ਮਾਂ ਉੱਥੇ ਬੈਠੀ ਹੈ, ਉਹ ਕਹਿੰਦੀ ਹੈ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਮਿਸਟਰ ਬਿੰਗਲੇ ਇਸ ਨੂੰ ਲਾਈਕ ਕਰੂ ਨਹੀਂ ਕਰੂ, ਸਾਡੇ ਕੋਲੇ ਕੋਈ ਇਹ ਜਾਣਨ ਦਾ ਰਸਤਾ ਹੀ ਨਹੀਂ। ਰਿਜ਼ੈਂਟਫੁਲੀ ਗੁੱਸੇ ਜਿਹੇ ਹੋ ਕੇ ਕਹਿੰਦੀ ਹੈ ਸਿੰਸ ਵੀ ਆਰ ਨੋਟ ਟੂ ਵਿਜ਼ਿਟ, ਕਿਉਂਕਿ ਅਸੀਂ ਤਾਂ ਉਸ ਨੂੰ ਵਿਜ਼ਿਟ ਕਰਨ ਜਾ ਹੀ ਨਹੀਂ ਰਹੇ। ਹੁਣ ਤੁਸੀਂ ਇੱਕ ਗੱਲ ਦਾ ਧਿਆਨ ਕਰੋ ਕਿ ਮਿਸਿਸ ਬੈਨੇਟ ਨੂੰ ਨਹੀਂ ਪਤਾ ਕਿ ਮਿਸਟਰ ਬੈਨੇਟ ਤਾਂ ਆਲਰੇਡੀ ਉਸ ਨੂੰ ਜਾ ਕੇ ਮਿਲਿਆ ਹੈ। ਉਹਨੂੰ ਐ ਲੱਗਦਾ ਹੈ ਕਿ ਹਜੇ ਤੱਕ ਤਾਂ ਉਹਨੂੰ ਕੋਈ ਮਿਲਣ ਹੀ ਨਹੀਂ ਗਿਆ। ਉਹ ਤਾਂ ਹੀ ਕਹਿ ਰਹੀ ਹੈ ਵੀ ਜਦ ਅਸੀਂ ਉਸ ਨੂੰ ਮਿਲਣ ਹੀ ਨਹੀਂ ਗਏ ਤਾਂ ਉਹਨੂੰ ਕਿਵੇਂ ਇਹ ਹੈਡ ਪਸੰਦ ਆਊਗੀ। ਉਸਨੇ ਆ ਕੇ ਇਹ ਤਾਂ ਨਹੀਂ ਦੱਸਿਆ ਸਿੱਧਾ ਵੀ ਮੈਂ ਤਾਂ ਜਾ ਕੇ ਮਿਲਿਆ ਆ। ਮਿਸਟਰ ਬੈਨੇਟ ਪੂਰਾ ਸਕੀਮੀ ਹੈ। ਉਹਨੇ ਕਿਹਾ ਵੀ ਹੁਣ ਮੈਂ ਮਿਲਿਆ, ਹੁਣ ਮੈਂ ਇਹਨਾਂ ਨੂੰ ਥੋੜਾ ਜਿਹਾ ਤੰਗ ਕਰੂੰ। ਆਪਣੇ ਮਨ 'ਚੋਂ ਇਸ ਤਰ੍ਹਾਂ ਦੀਆਂ ਗੱਲਾਂ ਸੋਚ ਰਿਹਾ, ਸਾਨੂੰ ਇਹਨਾਂ ਗੱਲਾਂ ਤੋਂ ਪਤਾ ਲੱਗ ਜੂ। ਆਪਣੀ ਵਾਈਫ ਨੂੰ ਹਮੇਸ਼ਾ ਟੀਜ਼ ਕਰਦਾ ਰਹਿੰਦਾ। ਟੀਜ਼ ਹੈ ਨਾ, ਘਰ ਵਾਲੀਆਂ ਨੂੰ ਮਤਲਬ ਥੋੜਾ ਥੋੜਾ ਤੰਗ ਕਰੀ ਜਾਂਦੇ ਹੁੰਦੇ ਨੇ। ਕੰਮ ਕਰੇ ਆਣਗੇ, ਪਹਿਲਾਂ ਤੰਗ ਕਰੀ ਜਾਂਦੇ, ਮੈਂ ਨਹੀਂ ਜਾਂਦਾ, ਮੈਂ ਨਹੀਂ ਕਰਦਾ, ਬਾਅਦ 'ਚ ਕਰੀ ਵੀ ਜਾਂਦੇ ਆ। ਉਹ ਜਿਹਾ ਹੈ ਮਿਸਟਰ ਬੈਨੇਟ। But you forget, Mama, said Elizabeth, that we shall meet him at the assemblies, and that Mrs. Long has promised to introduce him. ਹੁਣ ਐਲਿਜ਼ਾਬeth ਬੋਲਦੀ ਹੈ ਦਾ ਪਹਿਲਾ ਡਾਇਲੋਗ ਨਾਵਲ ਦਾ। ਐਲਿਜ਼ਾਬeth ਕਹਿੰਦੀ ਹੈ ਪਰ ਤੁਸੀਂ ਭੁੱਲ ਗਏ ਮਾਮਾ, ਦੇਖੋ ਇੱਥੇ ਮਾਮਾ ਪਾਇਆ ਹੋਇਆ MAMMA। ਹੁਣ ਜਿਹੜਾ ਮਾਮਾ ਸ਼ਬਦ ਹੈ ਅਸੀਂ ਵੀ ਯੂਜ਼ ਕਰਨ ਲੱਗ ਗਏ, ਪਾਪਾ ਮਾਮਾ, ਹੈ ਨਾ। ਅੱਛਾ ਤੁਸੀਂ ਇੱਕ ਖਾਸੀਅਤ ਦੇਖਿਓ, ਜਿੰਨੇ ਵੀ 5-6 ਨਾਵਲ ਲਿਖੇ ਹੈ ਜੇਨ ਆਸਟਿਨ ਨੇ, 6 ਲਿਖੇ ਸ਼ਾਇਦ, ਉਹਨਾਂ ਦੇ ਵਿੱਚ ਜਦੋਂ ਵੀ ਆਪਣੇ ਮਾਂ-ਬਾਪ ਨੂੰ ਉਹਨਾਂ ਦਾ ਬੱਚਾ ਬੁਲਾਉਂਦਾ ਹੈ ਉਹ ਮਾਮਾ ਜਾਂ ਪਾਪਾ ਕਹਿੰਦਾ, ਕਿਤੇ ਵੀ ਡੈਡ ਜਾਂ ਮਮ ਨਹੀਂ ਲਿਖਿਆ। ਐਲਿਜ਼ਾਬeth ਕਹਿੰਦੀ ਹੈ ਕਿ ਮਮਾ ਤੁਸੀਂ ਭੁੱਲ ਗਏ, ਮਿਸਿਸ ਬੈਨੇਟ ਨੂੰ ਕਹਿ ਰਹੀ ਹੈ ਉਹ, ਕਹਿੰਦੇ ਆਪਾਂ ਤਾਂ ਉਹਨੂੰ ਮਿਲਾਂਗੇ ਅਸੈਂਬਲੀ 'ਚ, ਵੀ ਸ਼ੈਲ ਮੀਟ ਹਿਮ, ਆਪਾਂ ਉਹਨੂੰ ਮਿਲਾਂਗੇ। ਹਿਮ ਦਾ ਇੱਥੇ ਮਤਲਬ ਫਿਰ ਕੌਣ ਹੈ? ਮਿਸਟਰ ਬਿੰਗਲੇ, ਕਿ ਮਿਸਟਰ ਬਿੰਗਲੇ ਨੂੰ ਆਪਾਂ ਮਿਲਾਂਗੇ ਕਿਉਂਕਿ ਮਿਸਿਸ ਲੌਂਗ ਨੇ ਪ੍ਰੋਮਿਸ ਕੀਤਾ ਹੈ ਕਿ ਆਪਾਂ ਨੂੰ ਉਹਦੇ ਨਾਲ ਉਹ ਇੰਟਰੋਡਿਊਸ ਕਰਵਾਏਗੀ। ਮਿਸਿਸ ਲੌਂਗ ਚੈਪਟਰ 1 'ਚ ਵੀ ਆਈ ਸੀ। ਮਿਸਿਸ ਲੌਂਗ ਕੌਣ ਹੈ ਜੀ? ਫਰੈਂਡ ਆਫ ਮਿਸਿਸ ਬੈਨੇਟ, ਉਹਨਾਂ ਦੀ ਗੁਆਂਢੀ ਹੋਣੀ। ਹੁਣ ਇੱਥੇ ਇੱਕ ਵਰਡ ਹੈ ਬੇਟਾ ਅਸੈਂਬਲੀ। ਵਾਟ ਇਜ਼ ਦਾ ਮੀਨਿੰਗ ਆਫ ਅਸੈਂਬਲੀ? ਅਸੈਂਬਲੀ ਦਾ ਮਤਲਬ ਹੈ ਬੇਟਾ ਇਹ ਗੈਦਰਿੰਗ ਹੁੰਦੀ ਸੀ ਜੀ, ਇਕੱਠੇ ਹੁੰਦੇ ਸੀ ਲੋਕ। ਇਹ ਹੁੰਦਾ ਸੀਗਾ ਜੀ ਇੱਕ ਤਰੀਕੇ ਨਾਲ ਪਬਲਿਕ ਬਾਲਸ। ਮੈਂ ਤੁਹਾਨੂੰ ਦੱਸਾਂ, ਪਬਲਿਕ ਪਾ ਕੇ BALLS। ਹੁਣ ਤੁਸੀਂ ਬਾਲ ਉਹ ਬਾਲ ਨਾ ਸਮਝੋ ਖੇਡਣ ਵਾਲੀ, ਜਿਹੜੀਆਂ ਬਾਲ ਦਾ ਮਤਲਬ ਇੱਥੇ ਹੈ ਡਾਂਸ ਪਾਰਟੀ। ਡਾਂਸ ਪਾਰਟੀ ਨੂੰ ਬਾਲਸ ਕਿਹਾ ਜਾਂਦਾ ਹੈ ਇੰਗਲਿਸ਼ ਲਿਟਰੇਚਰ ਦੇ ਵਿੱਚ। ਪਰ ਅੱਜ ਕੱਲ੍ਹ ਤਾਂ ਬੇਟਾ ਵੈਸੇ ਮੈਨੂੰ ਲੱਗਦਾ ਨਹੀਂ ਚੱਲਦੀਆਂ, ਲੇਕਿਨ ਉਸ ਟਾਈਮ ਦੇ ਵਿੱਚ, ਕਿਉਂਕਿ ਇਹ 19th ਸੈਂਚੁਰੀ ਦਾ ਨਾਵਲ ਹੈ, ਅਰਲੀ 19th ਸੈਂਚੁਰੀ, ਉਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਸੀਗਾ ਨਾ ਕਿ ਜਿਹੜੇ ਮਿਡਲ ਕਲਾਸ ਲੋਕ ਹੁੰਦੇ ਸੀ, ਜਿਹੜੇ ਬਹੁਤੇ ਜ਼ਿਆਦਾ ਅਮੀਰ ਵੀ ਨਹੀਂ, ਜੋ ਬਹੁਤੇ ਜ਼ਿਆਦਾ ਗਰੀਬ ਵੀ ਨੇ, ਠੀਕ ਠੀਕ ਲੋਕ ਨੇ, ਉਹ ਪੈਸੇ ਇਕੱਠੇ ਕਰਦੇ ਸੀਗੇ ਤੇ ਪੈਸੇ ਇਕੱਠੇ ਕਰਕੇ ਨਾ ਫਿਰ ਆਪਣੀ ਇੱਕ ਫੰਕਸ਼ਨ ਕਰਦੇ ਸੀਗੇ, ਫੰਕਸ਼ਨ ਟਾਈਪ ਡਾਂਸ ਪਾਰਟੀ ਕਰਦੇ ਸੀ ਕਿਸੇ ਇੱਕ ਜਗ੍ਹਾ ਤੇ। ਫਿਰ ਉੱਥੇ ਸਾਰੇ ਜਣੇ ਇਕੱਠੇ ਹੁੰਦੇ, ਇੱਕ ਤਰ੍ਹਾਂ ਦਾ ਓਪਨ ਇਨਵੀਟੇਸ਼ਨ ਹੁੰਦਾ ਸੀ, ਕੋਈ ਵੀ ਜਾ ਸਕਦਾ ਸੀਗਾ ਉਹਦੇ 'ਚ। ਤੇ ਉੱਥੇ ਆ ਕੇ ਫਿਰ ਕੀ ਕਰਦੇ ਸੀ ਕਿ ਜਿਹੜੇ ਯੰਗ ਲੜਕੇ ਤੇ ਲੜਕੀਆਂ ਸੀਗੀਆਂ ਉਹ ਸਾਰਿਆਂ ਦੇ ਸਾਹਮਣੇ ਨਾ ਇੱਕ ਡੀਸੈਂਟ ਜਿਹਾ ਡਾਂਸ ਕਰਦੇ, ਬੜਾ ਡੀਸੈਂਟ ਜਿਹਾ ਡਾਂਸ ਹੁੰਦਾ ਉਹ। ਤੁਸੀਂ YouTube ਤੇ ਦੇਖਿਓ, ਪਬਲਿਕ ਬਾਲ ਪਾ ਕੇ ਤੁਹਾਨੂੰ ਉਹ ਡਾਂਸ ਦਿਖੂਗਾ, ਉਸ ਨੂੰ ਇੰਜੋਏ ਕਰਦੇ। ਅੱਛਾ ਇਹ ਡਾਂਸ ਦੋ ਤਰ੍ਹਾਂ ਦਾ ਹੁੰਦਾ ਸੀ, ਇਹ ਬਾਲ ਦੋ ਤਰ੍ਹਾਂ ਦੇ ਹੁੰਦੇ ਸੀ, ਇੱਕ ਤਾਂ ਪਬਲਿਕ ਬਾਲ ਹੁੰਦੀਆਂ ਸੀ, ਇੱਕ ਪ੍ਰਾਈਵੇਟ ਬਾਲਸ ਹੁੰਦੇ। ਜਿਹੜੀਆਂ ਪਬਲਿਕ ਬਾਲਸ ਹੁੰਦੀਆਂ ਉਹ ਤਾਂ ਆਹੀ ਲੋਕ ਕਰਦੇ ਸੀਗੇ ਜਿਹੜੇ ਮਤਲਬ ਮਿਡਲ ਕਲਾਸ ਫੈਮਿਲੀਜ਼ ਹੈ, ਉਹ ਇਕੱਠੇ ਹੋ ਕੇ ਕਰਦੇ ਸੀ। ਜਿਹੜੇ ਪ੍ਰਾਈਵੇਟ ਬਾਲ ਸੀਗੇ ਨਾ ਉਹ ਕਰਦੇ ਸੀ ਅਮੀਰ ਲੋਕ, ਉਹਨਾਂ ਦੇ ਤਾਂ ਬਾਲੀ ਕੈਂਟ ਬਾਲਸ ਹੁੰਦੇ ਸੀ, ਉੱਥੇ ਤਾਂ ਬਹੁਤ ਸ਼ਾਨੋ ਸ਼ੌਕਤ ਦਿਖਾਈ ਜਾਂਦੀ ਸੀ। ਇਹਨਾਂ ਦੇ ਡਿਸੈਂਟ ਜਿਹੇ ਹੁੰਦੇ ਸੀ, 100 ਹੁੰਦੇ ਸੀਗੇ ਪਬਲਿਕ ਬਾਲ। ਤੇ ਆਮ ਤੌਰ ਤੇ ਇਹ ਜਿਹੜੇ ਬਾਲਸ ਕਿੱਥੇ ਹੁੰਦੇ ਸੀਗੇ ਜੀ, ਇਹਨਾਂ ਦੇ ਕੋਲੇ ਇੱਕ ਜਗ੍ਹਾ ਹੈ ਮੈਰੀਟਨ, ਇਹ ਅੱਗੇ ਆਏਗਾ ਇਹਦਾ ਨਾਮ MERYTON। ਮੈਰੀਟਨ ਇੱਕ ਜਗ੍ਹਾ ਹੈ, ਉੱਥੇ ਇਹ ਅਸੈਂਬਲੀ ਹੁੰਦੀ ਸੀ ਜਿਹਦੀ ਐਲਿਜ਼ਾਬeth ਗੱਲ ਕਰ ਰਹੀ ਹੈ। ਮਮਾ ਆਪਾਂ ਪਬਲਿਕ ਬਾਲ 'ਚ ਇਕੱਠੇ ਹੋਵਾਂਗੇ, ਉੱਥੇ ਆਪਾਂ ਨੂੰ ਮਿਸਿਸ ਲੌਂਗ ਇੰਟਰੋਡਿਊਸ ਕਰਵਾਏਗੀ ਮਿਸਟਰ ਬਿੰਗਲੇ ਨਾਲ, ਉਹਦੀ ਗੱਲ ਕਰ ਰਹੀ ਹੈ। ਤੁਹਾਨੂੰ ਪਤਾ ਲੱਗ ਗਿਆ ਜੀ ਅਸੈਂਬਲੀ ਕਿਹਨੂੰ ਕਿਹਾ ਗਿਆ? ਇਟਸ ਅ ਟਾਈਪ ਆਫ ਪਬਲਿਕ ਬਾਲਸ ਜਾਂ ਡਾਂਸ ਪਾਰਟੀ ਜਿਹੜੀ ਕਿ ਮੈਰੀਟਨ ਵਾਲੀ ਜਗ੍ਹਾ 'ਚ ਹੁੰਦੀ ਸੀ, ਉਹਦੀ ਗੱਲ ਹੋ ਰਹੀ ਹੈ। ਤੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਬਿਕੋਜ਼ ਆਉਣ ਵਾਲੇ ਨਾਵਲ ਦੇ ਚੈਪਟਰਸ ਦੇ ਵਿੱਚ ਇਹਦਾ ਜ਼ਿਕਰ ਆਏਗਾ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੈਂਬਲੀ ਦਾ ਮਤਲਬ ਕੀ ਹੈ। ਇਹਨੂੰ ਗਲੋਸਰੀ 'ਚ ਤੁਸੀਂ ਜ਼ਰੂਰ ਐਡ ਕਰੋ। I do not believe Mrs. Long will do any such thing। ਹੁਣ ਮਾਂ ਕਹਿੰਦੀ ਹੈ ਮਿਸਿਸ ਬੈਨੇਟ, ਕਹਿੰਦੇ ਮੈਨੂੰ ਨਹੀਂ ਲੱਗਦਾ ਵੀ ਮਿਸਿਸ ਲੌਂਗ ਇਹੋ ਜਿਹੀ ਗੱਲ ਕਰੂਗੀ ਵੀ ਸਾਨੂੰ ਇੰਟਰੋਡਿਊਸ ਕਰਾਊਗੀ।
ਮਿਸਟਰ ਬਿੰਗਲੇ ਦੇ ਨਾਲ। ਕਿਉਂ? ਸ਼ੀ ਹੈਜ਼ 2 nieces of her own, ਉਹਦੀਆਂ ਆਪਣੀਆਂ 2 ਭਤੀਜੀਆਂ ਨੇ, ਨੀਸ ਨੇ। She is a selfish, hypocritical woman and I have no opinion of her। ਕਹਿੰਦੇ ਉਹ ਤਾਂ ਬੜੀ ਸੈਲਫਿਸ਼ ਲੇਡੀ ਹੈ ਤੇ ਬਹੁਤ ਹੀ ਹਿਪੋਕ੍ਰਿਟੀਕਲ ਹੈ। ਹਿਪੋਕ੍ਰਿਟੀਕਲ ਮਤਲਬ ਅੰਦਰੋਂ ਕੁਝ ਬਾਹਰੋਂ ਕੁਝ, ਤੇ ਬਹੁਤ ਹੀ ਹਿਪੋਕ੍ਰਿਟੀਕਲ ਹੈ, ਸੈਲਫਿਸ਼ ਹੈ। ਮੇਰੀ ਤਾਂ ਉਸਦੇ ਬਾਰੇ ਜਿਹੜੀ opinion ਹੈ, ਜੋ ਮੇਰਾ ਵਿਚਾਰ ਹੈ, ਉਹ ਕੋਈ ਬਹੁਤਾ ਵਧੀਆ ਨਹੀਂ ਹੈ। ਇੱਥੇ ਇੱਕ ਵਰਡ ਆਇਆ ਜੀ, ਫਰੇਜ਼ ਆਇਆ ਟੂ ਹੈਵ ਨੋ ਓਪੀਨੀਅਨ। ਇੱਥੇ ਟੂ ਹੈਵ ਨੋ ਓਪੀਨੀਅਨ ਦਾ ਮਤਲਬ ਲੋ ਓਪੀਨੀਅਨ ਵੀ ਹੋ ਸਕਦਾ। ਓਪੀਨੀਅਨ ਦਾ ਮਤਲਬ ਹੁੰਦਾ ਬੇਟਾ ਵਿਚਾਰ। ਜਦ ਆਪਾਂ ਕਿਸੇ ਦੇ ਬਾਰੇ ਕੋਈ ਚੰਗੇ ਵਿਚਾਰ ਨਹੀਂ ਰੱਖਦੇ, ਉਹਨੂੰ ਆਪਾਂ ਕਹਿੰਦੇ ਆ ਲੋ ਓਪੀਨੀਅਨ ਜਾਂ ਨੋ ਓਪੀਨੀਅਨ, ਇੱਕੋ ਚੀਜ਼ ਹੈ। ਹੁਣ ਇਸ ਲਾਈਨ ਤੋਂ ਸਾਨੂੰ ਮਿਸਿਸ ਬੈਨੇਟ ਦਾ ਇੱਕ ਕਰੈਕਟਰ ਪਤਾ ਚੱਲਦਾ ਹੈ ਕਿ ਉਹ ਕਿੰਨੀ ਜ਼ਿਆਦਾ ਪੋਜ਼ੈਸਿਵ ਹੈ ਆਪਣੇ ਬੱਚਿਆਂ ਬਾਰੇ। ਉਹ ਕਹਿੰਦੀ ਹੈ ਵੀ ਮਿਸਿਸ ਲੌਂਗ ਕਿਤੇ ਆਪਣੀਆਂ ਨੀਸ ਦੀ ਸ਼ਾਦੀ ਮਿਸਟਰ ਬਿੰਗਲੇ ਨਾਲ ਨਾ ਕਰਵਾ ਦੇਵੇ, ਉਹਨੂੰ ਐਂ ਡਰ ਲੱਗਿਆ ਹੋਇਆ। ਇੱਥੋਂ ਹੀ ਪਤਾ ਲੱਗਦਾ ਨਾ, ਉਹ ਤਾਂ ਹੀ ਕਹਿ ਰਹੀ ਹੈ ਕਿ ਉਹਦੀਆਂ 2 ਨੀਸਿਸ ਆਲਰੇਡੀ ਨੇ। ਨੋ ਮੋਰ ਹੈਵ ਆਈ ਸੈਡ ਮਿਸਟਰ ਬੈਨੇਟ। ਹੁਣ ਦੇਖੋ ਮਿਸਟਰ ਬੈਨੇਟ ਵੀ ਕਹਿੰਦਾ ਮੈਂ ਵੀ ਉਹਨੂੰ ਕੋਈ ਬਹੁਤਾ ਵਧੀਆ ਨਹੀਂ ਸਮਝਦਾ। ਨੋ ਮੋਰ ਹੈਵ ਆਈ ਐਂਡ ਆਈ ਐਮ ਗਲੈਡ ਟੂ ਫਾਈਂਡ ਦੈਟ ਯੂ ਡੂ ਨਾਟ ਡਿਪੈਂਡ ਔਨ ਹਰ ਸਰਵਿੰਗ ਯੂ। ਅਤੇ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਤੈਨੂੰ ਉਸਦੀ ਸਰਵਿਸ ਦੀ ਜ਼ਰੂਰਤ ਨਹੀਂ ਹੈ, ਕਿ ਤੂੰ ਉਹਦੀ ਸਰਵਿਸ ਤੇ ਡਿਪੈਂਡ ਨਹੀਂ ਕਰਦੀ, ਉਸ ਤੇ ਨਿਰਭਰ ਨਹੀਂ ਕਰਦੀ ਵੀ ਉਹ ਤੈਨੂੰ ਸਰਵ ਕਰੇ। ਹੁਣ ਇਹ ਗੱਲ ਕਿਉਂ ਕਹਿ ਰਿਹਾ ਜੀ ਮਿਸਟਰ ਬੈਨੇਟ? ਤੁਹਾਨੂੰ ਪਤਾ ਮਿਸਟਰ ਬੈਨੇਟ ਜਦੋਂ ਵੀ ਕੋਈ ਗੱਲ ਕਹਿੰਦਾ ਉਹਦੇ ਪਿੱਛੇ ਉਹਨੇ ਕੋਈ ਗੱਲ ਲਾ ਕੇ ਕਹੀ ਹੁੰਦੀ ਹੈ। ਹੁਣ ਤੁਸੀਂ ਖੁਦ ਸੋਚੋ ਕਿ ਜਿਹੜੀ ਮਿਸਿਸ ਬੈਨੇਟ ਹੈ ਉਹ ਮਿਸਿਸ ਲੌਂਗ ਨੂੰ ਹਿਪੋਕ੍ਰਿਟੀਕਲ ਕਹਿ ਰਹੀ ਹੈ, ਸੈਲਫਿਸ਼ ਕਹਿ ਰਹੀ ਹੈ ਕਿ ਤੂੰ ਸੈਲਫਿਸ਼ ਨਹੀਂ ਹੈਗੀ, ਤੂੰ ਨਹੀਂ ਚਾਹੁੰਦੀ ਤੇਰੀ ਕੁੜੀ ਦੀ ਵਿਆਹ ਹੋ ਜਾਵੇ ਮਿਸਟਰ ਬਿੰਗਲੇ ਨਾਲ। ਤਾਂ ਫਿਰ ਦੂਜੀ ਵੀ ਤਾਂ ਮਾਂ ਚਾਹ ਸਕਦੀ ਹੈ ਵੀ ਉਸਦੀ ਲੜਕੀ ਦੀ ਸ਼ਾਦੀ ਹੋ ਜਾਏ ਇੱਕ ਅੱਛੇ ਪਰਿਵਾਰ 'ਚ। ਜੇ ਤੂੰ ਚਾਹਨੀ ਹੈ ਤਾਂ ਉਹ ਵੀ ਤਾਂ ਚਾਹੁੰਦੀ ਹੈ। ਤਾਂ ਫਿਰ ਜੇ ਤੂੰ ਉਹਨੂੰ ਸੈਲਫਿਸ਼ ਕਹਿ ਰਹੀ ਹੈ ਦੈਟ ਮੀਨਸ ਤੂੰ ਵੀ ਸੈਲਫਿਸ਼ ਹੈ। ਉਸ ਗੱਲ ਨੂੰ ਇਹ ਕਹਿ ਰਿਹਾ ਹੈ ਮਿਸਟਰ ਬੈਨੇਟ ਵੀ ਤੈਨੂੰ ਉਹਦੀ, ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਕਿ ਤੈਨੂੰ ਉਹਦੀ ਸਰਵਿਸ ਦੀ ਜ਼ਰੂਰਤ ਨਹੀਂ, ਕਿਉਂਕਿ ਮੈਨੂੰ ਤਾਂ ਐਂ ਲੱਗਦਾ ਸੀ ਵੀ ਆਪਣੀਆਂ ਕੁੜੀਆਂ ਦੇ ਵਿਆਹ ਕਰਾਉਣ ਦੇ ਲਈ ਤੈਨੂੰ ਇਹੋ ਜਿਹੀ ਲੇਡੀ ਦੀ ਜ਼ਰੂਰਤ ਪੈਂਦੀ। ਐਂ ਕਹਿ ਰਿਹਾ ਉਹ ਜਦੋਂ ਵੀ ਕੋਈ ਗੱਲ ਕਹਿੰਦਾ ਨਾ ਲਾ ਕੇ ਕਹਿੰਦਾ ਮਿਸਟਰ ਬੈਨੇਟ, ਸਿੱਧੀ ਨਹੀਂ ਕਹਿੰਦਾ, ਕਿਉਂਕਿ ਸਿੱਧੀ ਕਹੂਗਾ ਤਾਂ ਤੁਹਾਨੂੰ ਪਤਾ ਫਿਰ ਤਾਂ ਇੱਟ ਖੜੱਕਾ ਪੈ ਜਾਊ। ਹੁਣ ਜਦੋਂ ਉਹਨੇ ਗੱਲ ਘੁਮਾ ਕੇ ਕਹੀ, ਲਾ ਕੇ ਕਹੀ, ਤਾਂ ਅੱਧੀ ਕੁ ਗੱਲ ਘਰ ਵਾਲੀ ਨੂੰ ਸਮਝ ਆ ਗਈ, ਅੱਧੀ ਕੁ ਨਾ ਆਈ। ਇਸ ਕਰਕੇ ਉਹ ਐਵੇਂ ਲਾ ਕੇ ਗੱਲ ਸੁਣਾ। ਮਿਸਟਰ ਬੈਨੇਟ ਡੇਨ ਨੋਟ ਟੂ ਮੇਕ ਐਨੀ ਰਿਪਲਾਈ। ਇੱਥੇ ਦੇਖੋ ਡੇਨ ਲਿਖਿਆ ਹੋਇਆ ਹੈ, ਮੈਂ ਇਸਨੂੰ ਕਈ ਵਾਰੀ ਡਿਜ਼ਾਈਨ ਪੜ੍ਹ ਜਾਂਦਾ ਗਲਤੀ ਨਾਲ। ਇੱਥੇ ਨੋਟ ਅ ਡਿਜ਼ਾਈਨ, ਡੇਨ। ਨਾ ਡੇਨ ਦਾ ਮਤਲਬ ਹੁੰਦਾ ਨਾ ਜਦੋਂ ਅਸੀਂ ਕੋਈ ਕੰਮ ਇਹੋ ਜਿਹਾ ਕਰਨ ਜਾਈਏ ਵੀ ਜੋ ਸਾਡੇ ਲੈਵਲ ਦਾ ਨਾ ਹੋਵੇ, ਉਹ ਤੋਂ ਲੈਵਲ ਤੋਂ ਥੱਲੇ ਵਾਲਾ ਕੰਮ ਹੋਵੇ, ਉਹਨੂੰ ਕਹਿੰਦੇ ਨੇ ਟੂ ਡੂ ਸਮਥਿੰਗ ਆਫ ਲੋ ਲੈਵਲ। ਮੈਂ ਲਿਖ ਦਿੰਦਾ ਇੱਥੇ। ਤਾਂ ਹੁਣ ਮਿਸਟਰ ਬੈਨੇਟ ਨੇ ਰਿਪਲਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨੂੰ ਐਂ ਲੱਗਿਆ ਵੀ ਜੇ ਮੈਂ ਹੁਣ ਇਹਦਾ ਉੱਤਰ ਦੇਵਾਂ, ਇਹਨੂੰ ਜਵਾਬ ਦੇਵਾਂ ਆਪਣੇ ਘਰ ਵਾਲੇ ਨੂੰ, ਤਾਂ ਮੈਂ ਥੋੜਾ ਜਿਹਾ ਨੀਚੇ ਮੈਨੂੰ ਜਾਣਾ ਪਊਗਾ, ਹੋਰ ਹਲਕੀ ਜੀ ਗੱਲ ਕਰਨੀ ਪਊਗੀ। ਉਹ ਕਹਿੰਦੀ ਛੱਡ ਪਰਾਂ, ਉਹਨੇ ਕੋਈ ਰਿਪਲਾਈ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਬਟ ਅਨੇਬਲ ਟੂ ਕੰਟੇਨ ਹਰਸੈਲਫ। ਪਰ ਹੁਣ ਦੇਖੋ ਨਾ, ਇੱਕ ਇਸਤਰੀ ਦੀ ਜਿਹੜੀ ਨੇਚਰ ਹੈ ਉਹ ਤਾਂ ਨੇਚਰ ਹੀ ਹੈ। ਹੁਣ ਆਪਣੇ ਘਰ ਵਾਲੇ ਨੂੰ ਤਾਂ ਜਵਾਬ ਦੇ ਨਹੀਂ ਸਕਦੀ ਉਹ, ਹੁਣ ਆਪਣੇ ਆਪ ਤੇ ਕੰਟਰੋਲ ਵੀ ਨਹੀਂ ਉਹਦਾ। ਅਨੇਬਲ ਟੂ ਕੰਟੇਨ ਹਰਸੈਲਫ, ਕੰਟੇਨ ਦਾ ਮਤਲਬ ਇੱਥੇ ਹੋ ਗਿਆ ਕਿ ਕੰਟਰੋਲ ਕਰਨਾ ਹੈ ਨਾ। ਉਹਨੇ ਫਿਰ ਕੀ ਕੀਤਾ ਜੀ, ਬਿਗੇਨ ਸਕੋਲਡਿੰਗ ਵਨ ਆਫ ਹਰ ਡਾਟਰਸ। ਉਹਨੇ ਆਪਣੀ ਇੱਕ ਲੜਕੀ ਨੂੰ ਸਕੋਲਡ ਕਰਨਾ ਸ਼ੁਰੂ ਕਰਤਾ। ਸਕੋਲਡ ਦਾ ਮਤਲਬ ਹੁੰਦਾ ਜੀ ਝਿੜਕਣਾ, ਰਿਬਿਊਕ। ਮਾਂ ਦਾ ਗੁੱਸਾ ਕਿਹਦੇ ਤੇ ਉਤਰ ਰਿਹਾ ਹੈ? ਕੁੜੀ ਤੇ। ਵਨ ਆਫ ਹਰ ਡਾਟਰਸ ਕਿਹਾ ਹੈ, ਸਾਨੂੰ ਇੰਨਾ ਪਤਾ ਹੈ ਕਿ ਉਹਦੀਆਂ ਕਿੰਨੀਆਂ ਲੜਕੀਆਂ ਨੇ? 5। 5 ਚੋਂ ਇੱਕ ਨੂੰ ਉਹਨੇ ਡਾਂਟਣਾ ਸ਼ੁਰੂ ਕਰਤਾ। ਹੁਣ ਉਹ ਕਿਹੜੀ ਹੈ? ਕੀ ਉਹ ਲਿਜ਼ੀ ਹੈ? ਦੇਖਦੇ ਹਾਂ। ਡੋਂਟ ਕੀਪ ਕਫਿੰਗ ਸੋ। ਕਹਿੰਦੇ ਤੂੰ ਹੁਣ ਖੰਗੀ ਨਾ ਜਾ। ਕਫ ਦਾ ਮਤਲਬ ਹੁੰਦਾ ਬੇਟਾ ਖੰਗਣਾ, ਖੰਗੀ ਨਾ ਜਾ। ਕਿਟੀ, ਕੇ ਵੱਡੀ ਹੈ, ਕੌਣ ਹੈ ਜੀ ਇਹ? ਕਿਟੀ। ਲਿਜ਼ੀ ਦਾ ਨਾਮ ਆ ਚੁੱਕਿਆ, ਜੇਨ ਦਾ ਆ ਚੁੱਕਿਆ, ਲੀਡੀਆ ਦਾ ਆ ਚੁੱਕਿਆ, ਇਹ ਕੌਣ ਹੈ? ਕਿਟੀ। ਤਾਂ ਸਾਡੀ 5 ਕੁੜੀਆਂ ਚੋਂ 4 ਕੁੜੀਆਂ ਦਾ ਸਾਨੂੰ ਨਾਮ ਪਤਾ ਲੱਗ ਗਏ। ਚੌਥੀ ਕੁੜੀ ਕਿਹੜੀ ਆਈ ਹੈ ਜੀ ਹੁਣ? ਕਿਟੀ। ਤਾਂ ਕਿਟੀ ਨੂੰ ਕਹਿੰਦੀ ਹੈ ਵੀ ਤੂੰ ਖੰਗੀ ਨਾ ਜਾ, ਫॉर ਹੈਵਨਸ ਸੇਕ। ਹੈਵਨ ਸੇਕ ਦਾ ਮਤਲਬ ਹੁੰਦਾ ਰੱਬ ਵਾਸਤੇ। ਆਪਾਂ ਕਹਿੰਦੇ ਰੱਬ ਵਾਸਤੇ ਛੱਡ ਦੇ ਕੰਮ ਕਰਨਾ ਹੈ ਨਾ। ਹੈਵ ਅ ਲਿਟਲ ਕੰਪੈਸ਼ਨ ਔਨ ਮਾਈ ਨਰਵਸ। ਕਹਿੰਦੇ ਮੇਰੀ ਤੂੰ ਤਬੀਅਤ ਦਾ ਖਿਆਲ ਕਰ। ਮਾਈ ਨਰਵਸ, ਉਹੀ ਪੂਅਰ ਨਰਵਸ, ਆਪਾਂ ਚੈਪਟਰ 1 ਚ ਪੜ੍ਹਿਆ। ਉਹਨੂੰ ਪੈਨਿਕ ਅਟੈਕਸ ਆਉਂਦੇ ਆ ਨਾ, ਦੌਰੇ ਪੈਂਦੇ ਆ। ਤਾਂ ਕਹਿੰਦੇ ਤੂੰ ਮੇਰੀ ਮਾੜੀ ਸਿਹਤ ਦਾ ਖਿਆਲ ਕਰ, ਐਵੇਂ ਖੰਗੀ ਨਾ ਜਾ। ਯੂ ਟੀਅਰ them ਟੂ ਪੀਸਿਸ। ਤੂੰ ਮੈਨੂੰ ਤੰਗ ਕਰ ਰਹੀ ਹੈ, ਮੇਰੀ ਹਾਲਤ ਖਰਾਬ ਹੋ ਰਹੀ ਹੈ ਵੀ ਜਿਵੇਂ ਤੂੰ ਖੰਗੀ ਜਾ ਰਹੀ ਹੈ ਤਾਂ ਮੈਨੂੰ ਐ ਲੱਗੂ ਜਿਵੇਂ ਮੈਨੂੰ ਪੈਨਿਕ ਅਟੈਕ ਆਉਣਗੇ। ਉਹ ਇਹ ਕਹਿਣਾ ਚਾਹੁੰਦੀ ਹੈ। ਜਿਹੜਾ ਉਹਨੂੰ ਜਵਾਬ ਆਪਣੇ ਘਰ ਵਾਲੇ ਨੂੰ ਦੇਣਾ ਚਾਹੁੰਦੀ ਸੀ, ਉਹਨੂੰ ਨਾ ਦੇ ਕੇ ਉਹ ਗੁੱਸਾ ਕਿਸ ਤੇ ਝਾੜ ਰਹੀ ਹੈ? ਕਿਟੀ ਤੇ।
ਹਾਲਾਂਕਿ ਕਿਟੀ ਨੇ ਕੁਝ ਨਹੀਂ ਕਿਹਾ, ਜਸਟ ਉਸ ਨੂੰ ਖੰਘ ਆਈ ਹੋਣੀ ਤੇ ਉਹਨੂੰ ਇੰਨੀਆਂ ਗੱਲਾਂ ਸੁਣਾਤੀਆਂ। ਕਿਟੀ ਹੈਜ਼ ਨੋ ਡਿਸਕ੍ਰਿਸ਼ਨ ਇਨ ਹਰ ਕਫਸ, ਸੈਡ ਹਰ ਫਾਦਰ। ਹੁਣ ਉਹਦਾ ਪਿਤਾ ਕਹਿੰਦਾ, ਕਹਿੰਦੇ ਕਿਟੀ ਬੇਮਤਲਬ ਤੋਂ ਨਹੀਂ ਖੰਘਦੀ। ਇੱਥੇ ਉਹ ਇਹ ਕਹਿਣਾ ਚਾਹੁੰਦਾ ਹੈਜ਼ ਨੋ ਡਿਸਕ੍ਰਿਸ਼ਨ ਇਨ ਹਰ ਕਫਸ। ਡਿਸਕ੍ਰੀਟ ਦਾ ਮਤਲਬ ਹੁੰਦਾ ਬੇਟਾ ਜਦੋਂ ਆਪਾਂ ਕੋਈ ਛੁਪ ਕੇ ਕੰਮ ਕਰਦੇ ਹਾਂ ਤਾਂ ਉਹਨੂੰ ਕਹਿੰਦੇ ਆ, ਬਟ ਉਹਦਾ ਕਹਿਣ ਦਾ ਮਤਲਬ ਇੱਥੇ ਹੈ ਕਿ ਉਹ ਬੇਮਤਲਬ ਤੋਂ ਨਹੀਂ ਖੰਘ ਰਹੀ। ਸ਼ੀ ਟਾਈਮਸ them ill, ਸ਼ੀ ਟਾਈਮਸ them ill ਦਾ ਮਤਲਬ ਹੈ ਉਹ ਕਦੇ ਕਦੇ ਉਦੋਂ ਖੰਘ ਜਾਂਦੀ ਹੈ ਜਦੋਂ ਸਮਾਂ ਹੁੰਦਾ ਨਹੀਂ ਖੰਘਣ ਵਾਲਾ, ਜਦੋਂ ਸਮਾਂ ਖੰਘਣ ਵਾਲਾ ਹੁੰਦਾ ਨਹੀਂ ਉਦੋਂ ਖੰਘ ਜਾਂਦੀ ਹੈ। ਸ਼ੀ ਟਾਈਮਸ them, ਇੱਥੇ ਟਾਈਮ ਦਾ ਮਤਲਬ ਆ ਗਿਆ ਵੀ ਉਸ ਸਮੇਂ ਖੰਘਦੀ ਹੈ। ਇੱਥੇ them ਕਿਹਨੂੰ ਕਿਹਾ ਗਿਆ, ਉਸ ਦੀਆਂ ਕਫਿੰਗਸ ਨੂੰ ਕਿਹਾ ਗਿਆ ਕਿ ਉਦੋਂ ਖੰਘਦੀ ਹੈ। ਇਲ ਦਾ ਮਤਲਬ ਬੈਡਲੀ, ਕਿ ਬੁਰੇ ਟਾਈਮ ਤੇ ਖੰਘ ਲੈਂਦੀ ਹੈ। ਹੁਣ ਜੋ ਬੰਦੇ ਨੂੰ ਕਿਸੇ ਨੂੰ ਵੀ ਖੰਘ ਆਊਗੀ ਉਹ ਚੰਗੇ ਬੁਰੇ ਨੂੰ ਦੇਖ ਕੇ ਥੋੜੀ ਆਊਗੀ। ਇੱਥੇ ਇਹਦਾ ਮਤਲਬ ਕੀ ਹੈ, ਉਹ ਕਿਟੀ ਨੂੰ ਵੀ ਟੀਜ਼ ਕਰ ਰਹੇ ਹੈ, ਆਪਣੀ ਕੁੜੀ ਤੇ ਵੀ ਤਵੇ ਲਾ ਰਹੇ ਹੈ। ਉਹਦਾ ਕੰਮ ਹੀ ਇਹੀ ਹੈ ਮਿਸਟਰ ਬੈਨੇਟ ਦਾ। ਹੁਣ ਕਿਟੀ ਬੋਲਦੀ ਹੈ ਵੀ ਆਈ ਡੂ ਨਾਟ ਕਮ ਫॉर ਮਾਈ ਓਨ ਅਮਿਊਜ਼ਮੈਂਟ, ਰਿਪਲਾਈਡ ਕਿਟੀ ਫਰੈਟਫੁਲੀ। ਇੱਕਦਮ ਬੋਲਦੀ ਹੈ ਉਹ ਜੀ, ਕਿਟੀ ਰਿਪਲਾਈ ਕਰਦੀ ਹੈ, ਕਹਿੰਦੇ ਮੈਂ ਜਾਣ ਕੇ ਥੋੜੀ ਖੰਘਦੀ, ਇਹ ਮੈਨੂੰ ਕੋਈ ਮਜ਼ਾ ਥੋੜੀ ਆਉਂਦਾ ਖੰਘ ਕੇ। ਅਮਿਊਜ਼ਮੈਂਟ ਦਾ ਮਤਲਬ ਹੁੰਦਾ ਜੀ ਇੰਜੋਏ, ਕਿ ਮੈਨੂੰ ਖੰਘ ਕੇ ਕੋਈ ਮਜ਼ਾ ਥੋੜੀ ਆਉਂਦਾ। ਆਪਣੇ ਫਾਦਰ ਨੂੰ ਕਹਿ ਰਹੀ ਹੈ। ਤੁਸੀਂ ਇੱਕ ਗੱਲ ਨੋਟ ਕਰੋ, ਕਿਟੀ ਵੀ ਆਪਣੀ ਮਾਂ ਵਰਗੀ ਹੈ, ਕਿਉਂਕਿ ਉਹ ਮਿਸਟਰ ਬੈਨੇਟ ਦੇ ਮਜ਼ਾਕ ਨੂੰ ਸੀਰੀਅਸਲੀ ਲੈ ਗਈ। ਉਹਨੇ ਤਾਂ ਮਜ਼ਾਕ ਹੀ ਕੀਤਾ ਨਾ, ਉਹਦੇ ਫਾਦਰ ਨੇ ਮਜ਼ਾਕ ਹੀ ਕੀਤਾ। ਕਹਿੰਦੇ ਵੀ ਇਹਨੂੰ ਪਤਾ ਨਹੀਂ ਲੱਗਦਾ ਵੀ ਇਹਨੇ ਕਦ ਖੰਘਣਾ, ਇਹ ਖੰਘ ਜਾਂਦੀ ਹੈ। ਕੁੜੀ ਕਹਿੰਦੀ ਮੈਂ ਕੋਈ ਮਜ਼ੇ ਲੈਣ ਨੂੰ ਥੋੜੀ ਖੰਘਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਕਿਟੀ ਆਪਣੀ ਮਾਂ ਵਰਗੀ ਹੈ ਕਾਫੀ ਜਿਵੇਂ ਉਹਦੀ ਮਾਂ ਨੂੰ ਪਤਾ ਨਹੀਂ ਲੱਗਦਾ ਕਿ ਮੇਰਾ ਘਰ ਵਾਲਾ ਮੇਰੇ ਨਾਲ ਜਸਟ ਮਜ਼ਾਕ ਕਰ ਰਿਹਾ ਤੇ ਉਹਨੂੰ ਸੀਰੀਅਸਲੀ ਲੈ ਜਾਂਦੀ ਹੈ, ਇਹ ਵੀ ਸੀਰੀਅਸਲੀ ਲੈ ਗਈ ਆਪਣੇ ਪਿਓ ਦੇ ਮਜ਼ਾਕ। ਵੈਨ ਇਜ਼ ਯੋਰ ਨੈਕਸਟ ਬਾਲ ਟੂ ਬੀ ਲਿਜ਼ੀ। ਹੁਣ ਲਿਜ਼ੀ ਨੂੰ ਪੁੱਛਿਆ ਜਾਂਦਾ ਕਿ ਆਪਣੀ ਨਵੀਂ ਨੈਕਸਟ ਬਾਲ ਦਾ ਮਤਲਬ ਮੈਂ ਤੁਹਾਨੂੰ ਕੀ ਦੱਸਿਆ, ਡਾਂਸ ਪਾਰਟੀ। ਕਿ ਡਾਂਸ ਪਾਰਟੀ ਕਦ ਆਪਣੀ ਨੈਕਸਟ, ਕਿਉਂਕਿ ਫਿਕਸ ਹੁੰਦੀਆਂ ਨਾ ਮਹੀਨੇ 'ਚ 1 ਜਾਂ 2 ਹੁੰਦੀਆਂ ਨੇ ਜਦੋਂ ਇਹ ਫੰਕਸ਼ਨਸ ਇਕੱਠੇ ਕਰਦੇ। ਟੁਮਾਰੋ ਫੋਰਟਨਾਈਟ ਜਿਹੜੀ ਆ ਰਹੀ ਹੈ ਉਦੋਂ ਹੈ ਜੀ। ਇੱਥੇ ਫੋਰਟਨਾਈਟ ਦਾ ਮਤਲਬ ਬੇਟਾ ਜਿਸ ਨੂੰ ਅਸੀਂ 2 ਵੀਕਸ ਕਹਿੰਦੇ ਆ, 2 ਹਫ਼ਤਿਆਂ ਦੇ ਅੰਤਰਾਲ ਨੂੰ ਅਸੀਂ ਕੀ ਕਹਿੰਦੇ ਆ, ਫੋਰਟਨਾਈਟ। ਜੇ ਤੁਸੀਂ ਫੋਰਟਨਾਈਟ ਨੂੰ ਧਿਆਨ ਨਾਲ ਦੇਖੋ ਬੇਟਾ ਕਿੱਥੋਂ ਬਣਿਆ, 14 ਨਾਈਟਸ ਤੋਂ ਬਣਿਆ। 14 ਨਾਈਟਸ, 14 ਦਾ ਮਤਲਬ ਕੀ ਹੁੰਦਾ, 14 ਰਾਤਾਂ। 14 ਦਾ ਈਨ ਕੱਟਿਆ ਜਾਂਦਾ, ਉਧਰੋਂ ਨਾਈਟ ਜੁੜ ਜਾਂਦਾ, ਫੋਰਟਨਾਈਟ ਬਣ ਜਾਂਦਾ, ਸ਼ਾਰਟ ਹੋ ਗਿਆ। 14 ਨਾਈਟਸ ਦਾ ਸ਼ਾਰਟ ਕੀ ਹੋ ਗਿਆ, ਫੋਰਟਨਾਈਟ। ਇਹ ਸੋ ਇਟ ਇਜ਼ cried her mother। ਕਹਿੰਦੇ ਅੱਛਾ ਐਵੇਂ ਹੈ। ਐਂਡ ਮਿਸਿਸ ਲੌਂਗ ਡਜ਼ ਨਾਟ ਕਮ ਬੈਕ ਟਿਲ ਦਾ ਡੇ ਬਿਫੋਰ। ਕਹਿੰਦੇ ਮਿਸਿਸ ਲੌਂਗ ਤਾਂ ਫਿਰ 1 ਦਿਨ ਪਹਿਲਾਂ ਵਾਪਸ ਨਹੀਂ ਆ ਸਕਦੀ, ਮਤਲਬ ਜਿਸ ਦਿਨ ਬਾਲ ਹੈ ਉਸ ਤੋਂ 1 ਦਿਨ ਪਹਿਲਾਂ ਤੱਕ ਵਾਪਸ ਨਹੀਂ ਆ ਸਕਦੀ। ਡਜ਼ ਨਾਟ ਕਮ ਬੈਕ ਟਿਲ ਦਾ ਡੇ ਬਿਫੋਰ। ਡੇ ਬਿਫੋਰ ਦਾ ਮਤਲਬ 1 ਦਿਨ ਪਹਿਲਾਂ, ਮਤਲਬ ਕਿ ਜਿਸ ਦਿਨ ਬਾਲ ਹੈ ਉਸੇ ਦਿਨ ਹੀ ਆਊਗੀ ਸ਼ਾਇਦ, ਜਾਂ ਉਸ ਤੋਂ ਬਾਅਦ ਆਊਗੀ, 1 ਦਿਨ ਪਹਿਲਾਂ ਨਹੀਂ ਆ ਸਕਦੀ। ਇਟ ਵਿਲ ਬੀ ਇੰਪੋਸੀਬਲ ਫॉर ਹਰ ਟੂ ਇੰਟਰੋਡਿਊਸ ਹਿਮ। ਕਹਿੰਦੇ ਇਹ ਤਾਂ ਫਿਰ ਵੀ ਔਖਾ ਹੋ ਜਾਊਗਾ ਵੀ ਉਹ ਇੰਟਰੋਡਿਊਸ ਕਿਵੇਂ ਕਰੂਗੀ, ਕਿਉਂਕਿ ਉਹਨੇ ਤਾਂ ਬਾਲ ਤੇ ਆਣਾ ਹੀ ਨਹੀਂ। ਕਿਨੇ ਭਲਾ, ਮਿਸਿਸ ਲੌਂਗ ਨੇ। ਯਾਦ ਕਰੋ ਪਹਿਲਾਂ ਐਲਿਜ਼ਾਬੈਥ ਨੇ ਕੀ ਕਿਹਾ ਸੀ ਵੀ ਆਪਾਂ ਨੂੰ ਮਿਸਿਸ ਲੌਂਗ ਇੰਟਰੋਡਿਊਸ ਕਰੂਗੀ ਮਿਸਟਰ ਬਿੰਗਲੇ ਨੂੰ। ਚੈਪਟਰ 1 ਸਾਨੂੰ ਪਤਾ ਲੱਗਿਆ ਨਾ, ਉੱਥੋਂ ਹੀ ਤਾਂ ਪਤਾ ਲੱਗਿਆ ਸੀਗਾ ਮਿਸਿਸ ਬੈਨੇਟ ਨੂੰ ਕਿ ਕੋਈ ਆਇਆ। ਕੀ ਹੁੰਦਾ ਹੈ ਵੀ ਆਪਾਂ ਕਿਸੇ ਦੇ ਲਈ ਅਣਜਾਣ ਹੁੰਦੇ ਆ ਨਾ, ਨਵੇਂ ਆਏ ਆ, ਤਾਂ ਜਿਹੜਾ ਬੰਦਾ ਕਿਸੇ ਨੂੰ ਜਾਣਦਾ ਹੁੰਦਾ ਉਹ ਬਾਕੀ ਲੋਕਾਂ ਨਾਲ ਉਹਨੂੰ ਇੰਟਰੋਡਿਊਸ ਕਰਾਉਂਦਾ ਵੀ ਆਹ ਜੀ ਮਿਸਿਸ ਬੈਨੇਟ ਹੈ, ਆਹ ਮਿਸਟਰ ਬੈਨੇਟ ਹੈ, ਆਹ ਐਲਿਜ਼ਾਬੈਥ ਹੈ, ਐਵੇਂ ਹੈ। ਕਹਿੰਦੇ ਹੁਣ ਮਿਸਿਸ ਲੌਂਗ ਤਾਂ ਉੱਥੇ ਹੋਊਗੀ ਨਹੀਂ, ਤਾਂ ਸਾਨੂੰ ਇੰਟਰੋਡਿਊਸ ਕਿਵੇਂ ਹੋਵਾਂਗੇ ਅਸੀਂ ਮਿਸਟਰ ਬਿੰਗਲੇ ਨਾਲ। ਫॉर ਸ਼ੀ ਵਿਲ ਨਾਟ ਨੋ ਹਿਮ ਹਰਸੈਲਫ, ਕਿਉਂਕਿ ਉਹ ਆਪ ਹੀ ਨਹੀਂ ਉਹਨੂੰ ਜਾਣਦੀ ਹੋਊਗੀ। then my dear you may have the advantage of your friend and introduce Mr. Bingley to her। ਕਹਿੰਦੇ ਫੇਰ my dear, ਹੁਣ ਉਹ ਮਿਸਟਰ ਬੈਨੇਟ ਕਹਿ ਰਹੇ ਹੈ, ਕਹਿੰਦੇ ਫੇਰ ਤਾਂ ਤੈਨੂੰ ਫਾਇਦਾ ਹੈ, you may have the advantage। ਕਹਿੰਦੇ ਇੱਥੇ ਮਿਸਿਸ ਲੌਂਗ ਹਜੇ ਉਸ ਨੂੰ ਮਿਲੀ ਨਹੀਂ ਹੈ ਤਾਂ ਤੈਨੂੰ ਫਾਇਦਾ ਹੈ, ਤੂੰ ਹੁਣ ਇੰਟਰੋਡਿਊਸ ਕਰਾਈ ਮਿਸਿਸ ਲੌਂਗ ਨੂੰ ਮਿਸਟਰ ਬਿੰਗਲੇ ਦੇ ਨਾਲ। ਦੇਖੋ ਕੀ ਸੀਗਾ, ਜੇ ਤਾਂ ਮਿਸਿਸ ਲੌਂਗ ਹੁੰਦੀ ਤਾਂ ਫਿਰ ਉਹ ਮਿਸਿਸ ਬੈਨੇਟ ਨੂੰ ਮਿਸਟਰ ਬਿੰਗਲੇ ਨਾਲ ਇੰਟਰੋਡਿਊਸ ਕਰਾਂਦੀ। ਹੁਣ ਕਿਉਂਕਿ ਮਿਸਿਸ ਲੌਂਗ ਹੈ ਨਹੀਂ, ਤੂੰ ਕਰਾ ਦੀ ਇੰਟਰੋਡਿਊਸ ਮਿਸਿਸ ਲੌਂਗ ਦੇ ਨਾਲ, ਕਿਉਂਕਿ ਤੂੰ ਪਹਿਲਾਂ ਉਹਨੂੰ ਮਿਲੇਂਗੀ। ਉਹਨੂੰ ਇਹ ਨਹੀਂ ਨਾ ਪਤਾ ਮੇਰਾ ਘਰ ਵਾਲਾ ਮਿਲਿਆ ਆ। ਦੇਖੋ ਇਹ ਸਾਰੀ ਗੱਲ ਤੁਹਾਨੂੰ ਤਾਂ ਸਮਝ ਆਊਗੀ, ਤੁਸੀਂ ਇੱਕ ਗੱਲ ਦਾ ਕਲੀਅਰ ਕਰੋ ਕਿ ਮਿਸਟਰ ਬੈਨੇਟ ਮਿਸਟਰ ਬਿੰਗਲੇ ਨੂੰ ਮਿਲਿਆ ਆ, ਇਸ ਗੱਲ ਦਾ ਮਿਸਿਸ ਬੈਨੇਟ ਨੂੰ ਨਹੀਂ ਪਤਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀ ਟਾਈਪ ਕਰੋ
ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਇੰਪੋਸੀਬਲ ਮਿਸਟਰ ਬੈਨੇਟ, ਇੰਪੋਸੀਬਲ, ਇਹ ਤਾਂ ਹੋ ਹੀ ਨਹੀਂ ਸਕਦਾ। ਵੈਨ ਆਈ ਐਮ ਨੋਟ ਐਕੁਆਇੰਟਡ ਵਿਦ ਹਿਮ ਮਾਈਸੈਲਫ, ਹਾਊ ਕੈਨ ਯੂ ਬੀ ਸੋ ਟੀਜ਼ਿੰਗ। ਕਹਿੰਦੇ ਮੇਰੀ ਤਾਂ ਆਪਣੀ ਨਹੀਂ ਜਾਣ ਪਛਾਣ ਉਹਦੇ ਨਾਲ ਹੋਈ, ਤੂੰ ਮੈਨੂੰ ਤੰਗ ਕਰੀ ਜਾਂਦਾ। ਟੀਜ਼ਿੰਗ, ਉਹ ਉਸ ਨੂੰ ਨਾ ਪ੍ਰੋਪਰਲੀ ਦੱਸ ਨਹੀਂ ਰਿਹਾ ਮਿਸਟਰ ਬੈਨੇਟ ਆਪਣੀ ਘਰ ਵਾਲੀ ਨੂੰ ਵੀ ਮੈਂ ਮਿਲਿਆ ਆ, ਕਿਉਂਕਿ ਮੈਂ ਮਿਲਿਆ ਆ ਤਾਂ ਸਾਡੀ ਤਾਂ ਜਾਣ ਪਛਾਣ ਹੋਊਗੀ ਪਰਿਵਾਰ ਦੀ, ਜੇ ਮੇਰੀ ਹੋਗੀ ਤੇਰੀ ਵੀ ਹੋਗੀ, ਸਿੱਧੀ ਗੱਲ ਹੈ। ਹੁਣ ਕਿਉਂਕਿ ਸਾਡੀ ਜਾਣ ਪਛਾਣ ਹੋ ਗਈ, ਹੁਣ ਜਿਨ੍ਹਾਂ ਨਾਲ ਮਿਸਟਰ ਬਿੰਗਲੇ ਦੀ ਜਾਣ ਪਛਾਣ ਨਹੀਂ ਹੋਈ ਤੂੰ ਉਹਨਾਂ ਨੂੰ ਇੰਟਰੋਡਿਊਸ ਕਰਾ ਦੀ, ਪਰ ਉਹਨੇ ਇਹ ਗੱਲ ਨਹੀਂ ਕਹੀ ਕਿ ਮੈਂ ਮਿਲਿਆ ਆ। ਹੁਣ ਮਿਸਿਸ ਉਹਦੀ ਘਰ ਵਾਲੀ ਕਹਿੰਦੀ ਹੈ ਕਿ ਜਦੋਂ ਮੈਂ ਹੀ ਨਹੀਂ ਮਿਲੀ ਉਹਨੂੰ, ਮੈਂ ਬਾਕੀਆਂ ਨਾਲ ਇੰਟਰੋਡਿਊਸ ਕਿਵੇਂ ਕਰਾ ਦੂੰ, ਤੂੰ ਮੈਨੂੰ ਉਈਓ ਭਗਾਈ ਜਾਂਦਾ। ਆਈ ਓਨਰ ਯੂਅਰ ਸਰਕਮਸਪੈਕਸ਼ਨ। ਸਰਕਮਸਪੈਕਸ਼ਨ ਦਾ ਮਤਲਬ ਹੁੰਦਾ ਬਈ ਜਦ ਆਪਾਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਮੈਂ ਲਿਖ ਦਿੰਦਾ ਇੱਥੇ ਅਨਵਿਲਿੰਗ ਟੂ ਟੇਕ ਰਿਸਕ। ਕਹਿੰਦੇ ਤੂੰ ਰਿਸਕ ਨਹੀਂ ਲੈਣਾ ਚਾਹੁੰਦੀ, ਚੱਲ ਮੈਂ ਇਸ ਗੱਲ ਦਾ ਮਨ ਆਦਰ ਕਰਦਾ। ਫੇਰ ਦੇਖੋ ਟੀਜ਼ ਕਰ ਰਿਹਾ, ਫੇਰ ਨਹੀਂ ਦੱਸਿਆ ਉਹਨੇ ਕਿ ਮੈਂ ਮਿਲਿਆ ਆ, ਤੁਹਾਡੇ ਸਾਰਿਆਂ ਬਾਰੇ ਦੱਸਿਆ ਆ, ਫੇਰ ਨਹੀਂ ਦੱਸ ਰਿਹਾ ਉਹ। A fortnight's acquaintance is certainly very little। ਕਹਿੰਦੇ 15 ਦਿਨਾਂ ਦੀ ਜਾਣ ਪਛਾਣ ਤਾਂ ਬੜੀ ਥੋੜੀ ਹੈ। ਫੋਰਟਨਾਈਟ ਸ਼ਬਦ ਫੇਰ ਆ ਗਿਆ। 2 ਹਫ਼ਤਿਆਂ ਦੀ ਜਾਣ ਪਛਾਣ ਤਾਂ ਬੜੀ ਥੋੜੀ ਹੈ। ਐਕੁਆਇੰਟੈਂਸ ਦਾ ਮਤਲਬ ਜਾਣ ਪਛਾਣ ਹੋਗੀ। One cannot know what a man really is by the end of a fortnight। ਕਹਿੰਦੇ ਕੋਈ ਵੀ ਨਹੀਂ ਜਾਣ ਸਕਦਾ ਕਿ 15 ਦਿਨਾਂ ਵਿੱਚ ਬੰਦਾ ਕਿਹੋ ਜਿਹਾ। ਆਪਾਂ ਕਿਸੇ ਬੰਦੇ ਨੂੰ 15 ਦਿਨ ਤੋਂ ਜਾਣਦੇ ਹੋਈਏ ਕਿ ਆਪਾਂ ਉਹਦੇ ਬਾਰੇ ਸਾਰਾ ਕੁਝ ਜਾਣਦੇ ਹਾਂ? ਨਹੀਂ, 15 ਦਿਨ ਬਹੁਤ ਥੋੜੇ ਹੁੰਦੇ ਨੇ, ਉਹੀ ਗੱਲ ਕਹਿ ਰਹੇ ਹਾਂ। ਬਟ ਇਫ ਵੀ ਡੂ ਨੋਟ ਵੈਂਚਰ somebody else will। ਪਰ ਕਹਿੰਦੇ ਜੇਕਰ ਅਸੀਂ ਇਹ ਜੋਖਮ ਨਹੀਂ ਉਠਾਵਾਂਗੇ, ਵੈਂਚਰ ਦਾ ਮਤਲਬ ਹੁੰਦਾ ਬੇਟਾ ਕੋਈ ਔਖਾ ਕੰਮ ਕਰਨਾ ਹੈ ਨਾ। ਹੁਣ ਇਹ ਵੈਂਚਰ ਕਿਹਨੂੰ ਕਹਿ ਰਹੇ ਹੈ? ਇੰਟਰੋਡਿਊਸ ਹੋਣ ਦਾ। ਵੀ ਜੇ ਅਸੀਂ ਉਸ ਨਾਲ ਇੰਟਰੋਡਿਊਸ ਨਹੀਂ ਹੋਵਾਂਗੇ ਕੋਈ ਹੋਰ ਹੋ ਜਾਊਗਾ। ਐਂਡ ਆਫਟਰ ਆਲ ਮਿਸਿਸ ਲੌਂਗ ਐਂਡ ਹਰ ਨੀਸਿਸ ਮਸਟ ਸਟੈਂਡ देयर ਚਾਂਸਸ। ਮਿਸਿਸ ਲੌਂਗ ਤੇ ਉਸਦੀਆਂ ਨੀਸਿਸ ਜਿਹੜੀਆਂ ਭਤੀਜੀਆਂ ਨੇ, ਉਹਨਾਂ ਨੂੰ ਵੀ ਚਾਂਸ ਮਿਲਣਾ ਚਾਹੀਦਾ ਇੰਟਰੋਡਿਊਸ ਹੋਣ ਦਾ। ਫਿਰ ਭਕਾ ਰਿਹਾ ਦੇਖੋ। ਐਂਡ देयरफॉर as he will think it in act of kindness if you decline the office I will take it on myself। ਕਹਿੰਦੇ ਕਿਉਂਕਿ ਜੇ ਮੈਂ ਉਹਨੂੰ ਇੰਟਰੋਡਿਊਸ ਕਰਵਾਇਆ, ਕਿਹਨੂੰ? ਮਿਸਿਸ ਲੌਂਗ। ਜੇ ਮੈਂ ਮਿਸਿਸ ਲੌਂਗ ਨੂੰ ਮਿਸਟਰ ਬਿੰਗਲੇ ਦੇ ਨਾਲ ਇੰਟਰੋਡਿਊਸ ਕਰਾਇਆ ਤਾਂ ਇੱਕ ਐਕਟ ਆਫ ਕਾਈਂਡਨੈਸ ਹੋਊਗਾ, ਵਧੀਆ ਗੱਲ ਹੋਊਗੀ। ਤੇ ਜੇ ਤੂੰ ਇਹ ਨਹੀਂ ਕਰ ਸਕਦੀ ਕੰਮ, ਇਫ ਯੂ ਡਿਕਲਾਈਨ ਦਾ ਆਫਿਸ। ਹੁਣ ਤੁਸੀਂ ਕਹੋਗੇ ਇੱਥੇ ਆਫਿਸ, ਆਫਿਸ ਸ਼ਬਦ ਕੀ ਹੈ? ਆਫਿਸ ਦਾ ਮਤਲਬ ਇੱਥੇ ਬੇਟਾ ਦਫ਼ਤਰ ਤੋਂ ਨਹੀਂ ਹੈ। ਆਫਿਸ ਦਾ ਮਤਲਬ ਇੱਥੇ ਇੰਟਰੋਡਕਸ਼ਨ ਤੋਂ ਹੈ, ਮਿਸਿਸ ਲੌਂਗ ਦੀ ਮਿਸਟਰ ਬਿੰਗਲੇ ਦੇ ਨਾਲ। ਜੇ ਤੂੰ ਇਹ ਇੰਟਰੋਡਕਸ਼ਨ ਨਹੀਂ ਕਰਾਂਦੀ ਦੋਨਾਂ 'ਚ ਤਾਂ ਮੈਂ ਕਰਾ ਦਿੰਦਾ, ਕਿਉਂਕਿ ਇਹ ਤਾਂ ਕੰਮ ਵਧੀਆ ਐਕਟ ਆਫ ਕਾਈਂਡਨੈਸ ਹੈ। ਫੇਰ ਟੀਜ਼ ਕਰ ਰਿਹਾ ਉਹ। ਹਜੇ ਤੱਕ ਉਹਨੇ ਦੱਸਿਆ ਨਹੀਂ ਕਿ ਮੈਂ ਤਾਂ ਇੰਟਰੋਡਿਊਸ ਹੋ ਆਇਆ, ਮੈਂ ਤਾਂ ਉਹਨੂੰ ਮਿਲਿਆ ਆ। ਉਹ ਇਹ ਗੱਲਾਂ ਕਿਉਂ ਕਹਿ ਰਿਹਾ ਹੈ? ਸਿਰਫ ਆਪਣੀ ਘਰ ਵਾਲੀ ਨੂੰ ਟੀਜ਼ ਕਰਨ ਦੇ, ਕਿਉਂਕਿ ਉਹਨੂੰ ਪਤਾ ਹੈ ਵੀ ਮੇਰੀ ਘਰ ਵਾਲੀ ਜਿਹੜੀ ਮਿਸਿਸ ਬੈਨੇਟ ਹੈ ਉਹ ਮਿਸਿਸ ਲੌਂਗ ਤੋਂ ਬਹੁਤ ਚਿੜਦੀ ਹੈ, ਵੀ ਕਿਤੇ ਮਿਸਿਸ ਲੌਂਗ ਨਾ ਜਾ ਕੇ ਫਟਾਫਟ ਇੰਟਰੋਡਿਊਸ ਹੋ ਜਾਏ ਮਿਸਟਰ ਬਿੰਗਲੇ ਨਾਲ, ਇਹ ਆਪਣੀ ਅਨੀਸ ਦੀ ਸ਼ਾਦੀ ਕਰਾ ਦੂ। ਦੇਖੋ ਫੇਰ ਕਹਿ ਰਿਹਾ, ਕਹਿੰਦੇ ਉਹਨਾਂ ਨੂੰ ਵੀ ਚਾਂਸ ਮਿਲਣਾ ਚਾਹੀਦਾ ਵੀ ਜੇ ਤੂੰ ਆਪਣੀਆਂ ਕੁੜੀਆਂ ਨੂੰ ਵਿਆਹ ਕਰਾਉਣਾ ਚਾਹਨੀ ਹੈ, ਉਹਨੂੰ ਵੀ ਮਿਲਣਾ ਚਾਹੀਦਾ ਇਕੁਅਲੀ ਮੌਕਾ। ਫਿਰ ਦੇਖੋ ਕਿਹੜਾ ਬਾਜੀ ਮਾਰਦਾ। ਇਹੋ ਜਿਹੀਆਂ ਗੱਲਾਂ ਕਰ ਰਹੇ। ਹੁਣ ਜਦੋਂ ਉਹਨੇ ਇਹ ਕਿਹਾ ਕਿ ਮੈਂ ਜਾ ਕੇ ਮਿਸਿਸ ਲੌਂਗ ਨੂੰ ਇੰਟਰੋਡਿਊਸ ਕਰਾਉਂਗਾ ਮਿਸਟਰ ਬਿੰਗਲੇ ਦੇ ਨਾਲ, ਦਾ ਗਰਲ ਸਟੇਅਰਡ ਐਟ देयर ਫਾਦਰ। ਹੁਣ ਜਿਹੜੀਆਂ ਕੁੜੀਆਂ ਨੇ ਆਪਣੇ ਫਾਦਰ ਵੱਲ ਦੇਖਣ ਲੱਗੀਆਂ ਵੀ ਹੈ, ਉਹ ਇਸ ਕਰਕੇ ਦੇਖ ਰਹੀਆਂ ਨੇ ਵੀ ਸਾਡੀ ਗੱਲ ਕਰਨੀ ਚਾਹੀਦੀ ਹੈ ਵਿਆਹ ਕਰਾਉਣ ਦੀ, ਇਹ ਦੂਜਿਆਂ ਦੀਆਂ ਕੁੜੀਆਂ ਦੀਆਂ ਗੱਲਾਂ ਕਰੀ ਜਾਂਦਾ ਵਿਆਹ ਕਰਾਉਣ ਦੀਆਂ। ਉਹ ਤਾਂ ਦੇਖ ਰਹੀ ਹੈ, ਸਟੇਅਰ ਦਾ ਮਤਲਬ ਘੂਰ ਕੇ ਦੇਖਣ ਲੱਗ ਗਈਆਂ ਆਪਣੇ ਬਾਪ ਨੂੰ। ਸਟੇਅਰ ਦਾ ਮਤਲਬ ਘੂਰ ਕੇ ਦੇਖਣਾ। ਮਿਸਿਸ ਬੈਨੇਟ ਸੈਡ ਓਨਲੀ, ਮਿਸਿਸ ਬੈਨੇਟ ਬੋਲਦੀ ਹੈ ਨੌਨਸੈਂਸ ਨੌਨਸੈਂਸ, ਬਦਤਮੀਜ਼ ਬਦਤਮੀਜ਼, ਸਿਰਫ ਭਕਾਈ ਮਾਰ ਰਿਹਾ। ਉਹ ਪੂਰੇ ਚੈਪਟਰ ਦੇ ਵਿੱਚ ਖੁੱਲ ਕੇ ਉਹ ਦੱਸ ਹੀ ਨਹੀਂ ਰਿਹਾ ਕਿ ਮੈਂ ਤਾਂ ਮਿਲਿਆ ਆ, ਹੋਰ ਹੀ ਗੱਲਾਂ ਇੱਧਰ ਉੱਧਰ ਦੀਆਂ ਮਾਰੀ ਜਾਂਦਾ ਹੈ, ਸਿਰਫ ਆਪਣੀ ਘਰ ਵਾਲੀ ਨੂੰ ਤੰਗ ਕਰਨ ਦੇ ਲਈ ਅਤੇ ਆਪਣੇ ਬੱਚਿਆਂ ਨੂੰ ਟੀਜ਼ ਕਰਨ ਦੇ ਲਈ। ਉਹਦੀ ਆਦਤ ਹੈ ਇਹ। What can be the meaning of that emphatic exclamation? ਹੁਣ ਕੁਐਸਚਨ ਪੁੱਛਦਾ ਹੈ ਜੀ ਉਹਦਾ ਡੈਡੀ
ਕਹਿੰਦੇ ਆ ਜਿਹੜਾ ਤੁਸੀਂ ਐਵੇਂ ਬੋਲੇ ਹੋ ਨੌਨਸੈਂਸ ਤੇ ਮੈਨੂੰ ਘੂਰ ਕੇ ਦੇਖਿਆ ਇੰਫੈਟਿਕ ਦਾ ਮਤਲਬ ਇੱਥੇ ਤੁਸੀਂ ਕਹੋਗੇ ਫੋਰਸਫੁਲੀ। ਤੇ ਤੁਸੀਂ ਇੰਨਾ ਜ਼ੋਰ ਲਾ ਕੇ ਐਕਸਕਲੇਮ ਹੈਰਾਨ ਹੋਏ ਹੋ ਕਾਹਤੋਂ ਹੋਗੇ, ਇਹਦਾ ਮੀਨਿੰਗ ਕੀ ਹੈ? ਮੈਂ ਜਿਹੜੀ ਗੱਲ ਕਹਿਤੀ ਵੀ ਤੁਸੀਂ ਮੇਰੇ ਵੱਲ ਘੂਰ ਕੇ ਦੇਖਣ ਲੱਗ ਗਏ, ਨੌਨਸੈਂਸ ਕਹਿਤਾ। ਕਰਾਈਡ ਹੀ ਉਹ ਬੋਲਿਆ, ਡੂ ਯੂ ਕੰਸੀਡਰ ਦਾ ਫਾਰਮਸ ਆਫ ਇੰਟਰੋਡਕਸ਼ਨ ਐਂਡ ਦਾ ਸਟ੍ਰੈਸ ਦੈਟ ਇਜ਼ ਲੇਡ ਔਨ them ਐਜ਼ ਨੌਨਸੈਂਸ। ਜੇ ਮੈਂ ਇੰਟਰੋਡਕਸ਼ਨ ਉਹਨਾਂ ਦੀ ਕਰਾ ਰਹੇ ਹਾਂ, ਤੁਸੀਂ ਇਸ ਨੂੰ ਨੌਨਸੈਂਸ ਕਹੋਗੇ? ਉਹਨੇ ਇਹੀ ਗੱਲ ਕਹੀ ਸੀ ਵੀ ਜੇ ਮੈਂ ਮਿਸਿਸ ਲੌਂਗ ਦੀ ਇੰਟਰੋਡਕਸ਼ਨ ਮਿਸਟਰ ਬਿੰਗਲੇ ਦੇ ਨਾਲ ਕਰਾਦਾ ਤਾਂ ਇਹ ਐਕਟ ਆਫ ਕਾਈਂਡਨੈਸ ਹੈ। ਉਹ ਕਹਿ ਰਹੀ ਹੈ ਨੌਨਸੈਂਸ। ਕਹਿੰਦੇ ਤੁਸੀਂ ਇੰਟਰੋਡਕਸ਼ਨ ਨੂੰ ਨੌਨਸੈਂਸ ਕਹੋਗੇ? ਕਿੰਨੀ ਸਟ੍ਰੈਸ ਹੁੰਦੀ ਹੈ ਜਦ ਆਪਾਂ ਕਿਸੇ ਬੰਦੇ ਨੂੰ ਇੰਟਰੋਡਿਊਸ ਕਰਾਉਂਦੇ ਹਾਂ ਕਿਸੇ ਦੇ ਨਾਲ। ਸਟ੍ਰੈਸ ਦਾ ਮਤਲਬ ਕਿੰਨਾ ਪ੍ਰੈਸ਼ਰ ਹੁੰਦਾ, ਇਹ ਕਿੱਡਾ ਔਖਾ ਕੰਮ ਹੈ, ਤੇ ਤੁਸੀਂ ਉਹਨੂੰ ਨੌਨਸੈਂਸ ਕਹੀ ਜਾਂਦੇ ਹੋ। ਐਕਚੁਅਲੀ ਉਹਨਾਂ ਦਿਨਾਂ 'ਚ ਕੀ ਹੁੰਦਾ ਸੀਗਾ ਨਾ, ਇਹ ਇੱਕ ਡੈਕੋਰਮ ਸੀ ਬੇਟਾ ਪਾਰਟੀਆਂ 'ਚ। ਆਪਣੇ ਦਾ ਇੱਥੇ ਰਿਵਾਜ ਨਹੀਂ ਹੈਗਾ। ਮੰਨ ਲਓ ਤੁਸੀਂ ਮੈਨੂੰ ਜਾਣਦੇ ਹੋ, ਮੈਂ ਬਾਕੀ ਲੋਕਾਂ ਨੂੰ ਨਹੀਂ ਜਾਣਦਾ, ਪਰ ਤੁਸੀਂ ਉਹਨਾਂ ਲੋਕਾਂ ਨੂੰ ਜਾਣਦੇ ਹੋ, ਤਾਂ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਮੇਰੇ ਕੋਲੇ ਆ ਕੇ ਬਾਕੀ ਸਾਰਿਆਂ ਦੇ ਨਾਲ ਇੰਟਰੋਡਿਊਸ ਕਰਾਓ। ਉਹ ਇਸ ਗੱਲ ਨੂੰ ਸਟ੍ਰੈਸ ਕਹਿ ਰਹੇ ਆ ਵੀ ਆ ਕਿੰਨੀ ਸਟ੍ਰੈਸਫੁਲ ਗੱਲ ਹੈ, ਤੁਸੀਂ ਉਹਨੂੰ ਨੌਨਸੈਂਸ ਕਹੀ ਜਾਂਦੇ ਹੋ। ਆਈ ਕੈਨ ਨੋਟ ਕੁਆਇਟ ਐਗਰੀ ਵਿਦ ਯੂ ਦੇਅਰ। ਕਹਿੰਦੇ ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਨਹੀਂ ਹੈਗਾ। ਵਟ ਸੇ ਯੂ ਮੈਰੀ ਤੂੰ ਕੀ ਕਹਿੰਦੀ ਹੈ? ਆ ਗਈ ਪੰਜਵੀਂ ਕੁੜੀ, ਨੇਮ ਆਫ ਦਾ 5th ਡਾਟਰ। ਪੰਜਵੀਂ ਕੁੜੀ ਹੈ ਇਹ। ਸਾਡੇ ਕੋਲੇ 5 ਨਾਮ ਆ ਗਏ ਜੀ, ਲਿਜ਼ੀ, ਜੇਨ, ਕਿਟੀ, ਲੀਡੀਆ, ਮੈਰੀ। 5 ਕੁੜੀਆਂ ਦੇ ਨਾਮ ਆ ਗਏ। ਮੈਰੀ ਤੂੰ ਕੀ ਕਹਿੰਦੀ ਹੈ? ਹੁਣ ਦੇਖੋ ਉਹਦੀ ਆਦਤ ਟੀਜ਼ ਕਰਨ ਵਾਲੀ ਹੈ। ਪਹਿਲਾਂ ਉਹਨੇ ਲਿਜ਼ੀ ਨੂੰ ਟੀਜ਼ ਕਰਿਆ, ਕਿਟੀ ਨੂੰ ਟੀਜ਼ ਕਰਿਆ, ਹੁਣ ਮੈਰੀ ਨੂੰ ਨਹੀਂ ਬਖਸ਼ ਰਿਹਾ। ਮੈਰੀ ਨੂੰ ਕੀ ਕਹਿੰਦਾ? ਫॉर ਯੂ ਆਰ ਅ ਯੰਗ ਲੇਡੀ ਆਫ ਡੀਪ ਰਿਫਲੈਕਸ਼ਨ। ਕਹਿੰਦੇ ਤੂੰ ਇੱਕ ਨੌਜਵਾਨ ਕੁੜੀ ਹੈ ਤੇ ਤੇਰੀ ਡੀਪ ਰਿਫਲੈਕਸ਼ਨ ਹੈ ਨਾ। ਡੀਪ ਰਿਫਲੈਕਸ਼ਨ ਦਾ ਮਤਲਬ ਹੁੰਦਾ ਬੇਟਾ ਪੰਜਾਬੀ ਚ ਉਹਨੂੰ ਕਹਿੰਦੇ ਨਗੋਚੀ। ਜਿਹੜਾ ਬੰਦਾ ਨਾ ਛੋਟੀਆਂ ਗੱਲਾਂ ਤੇ ਬਹੁਤ ਧਿਆਨ ਦਿੰਦਾ ਉਹਨੂੰ ਕਹਿੰਦੇ ਆਪਾਂ ਡੀਪ ਰਿਫਲੈਕਸ਼ਨ। ਡਿਟੇਲ ਚ ਜਾਂਦਾ, ਇਨ ਡਿਟੇਲਸ। ਵੀ ਤੂੰ ਤਾਂ ਗੱਲਾਂ ਦੀ ਡਿਟੇਲ ਚ ਜਾਨੀ ਹੈ, ਤੈਂ ਤੱਕ ਜਾਨੀ ਹੈ, ਤੂੰ ਕੀ ਕਹਿੰਦੀ ਹੈ ਮੇਰੀ? ਆਈ ਨੋ ਮੈਂ ਜਾਣਦਾ ਹਾਂ। ਐਂਡ ਰੀਡ ਗ੍ਰੇਟ ਬੁੱਕਸ, ਤੂੰ ਬਹੁਤ ਵੱਡੀਆਂ ਕਿਤਾਬਾਂ ਪੜ੍ਹਦੀ ਹੈ। ਐਂਡ ਮੇਕ ਐਕਸਟ੍ਰੈਕਟਸ, ਅਤੇ ਤੂੰ ਨੋਟਸ ਬਣਾਨੀ। ਅੱਛਾ ਮੈਰੀ ਦੀ ਕਾਤ ਹੈ, ਮੈਰੀ ਕਿਤਾਬਾਂ ਪੜ੍ਹਦੀ ਹੈ ਤੇ ਨੋਟਸ ਬਣਾਉਂਦੀ ਹੈ। ਪਰ ਪ੍ਰੋਬਲਮ ਮੈਰੀ ਦੀ ਕੀ ਹੈ? ਨਾ ਤਾਂ ਉਹ ਜੇਨ ਦੀ ਤਰ੍ਹਾਂ ਬਿਊਟੀਫੁਲ ਹੈ, ਨਾ ਹੀ ਉਹ ਐਲਿਜ਼ਾਬੈਥ ਦੀ ਤਰ੍ਹਾਂ ਇੰਟੈਲੀਜੈਂਟ ਹੈ। ਹੁਣ ਉਹਨੇ ਆਪਣੇ ਆਪ ਨੂੰ ਡਿਫਰੈਂਟ ਤਾਂ ਦਿਖਾਣਾ ਹੈ ਪਰਿਵਾਰ 'ਚ, ਤਾਂ ਹੁਣ ਉਹ ਕਿਤਾਬਾਂ ਪੜ੍ਹਦੀ ਹੈ ਬਹੁਤ, ਸਾਰਾ ਦਿਨ ਪੜ੍ਹ ਕੇ ਦਿਖਾਉਂਦੀ ਹੈ ਮੈਂ ਦੇਖੋ ਕਿਤਾਬਾਂ ਪੜ੍ਹਦੀ ਹੈ, ਤੇ ਫਿਰ ਉਹਦੇ ਉਹ ਨੋਟਸ ਬਣਾਉਂਦੀ ਹੈ। ਪਰ ਪ੍ਰੋਬਲਮ ਕੀ ਹੈ ਕਿ ਜਦੋਂ ਉਹਨੂੰ ਕੁਝ ਪੁੱਛਿਆ ਜਾਂਦਾ ਉਦੋਂ ਕਨਫਿਊਜ਼ ਹੋ ਜਾਂਦੀ ਹੈ। ਮੈਰੀ ਨੂੰ ਪੁੱਛਿਆ ਨਾ ਉਹਨੇ ਵੀ ਤੇਰਾ ਕੀ ਖਿਆਲ ਹੈ ਵੀ ਕੀ ਤੂੰ ਇੰਟਰੋਡਕਸ਼ਨ ਜੇ ਮੈਂ ਕਿਸੇ ਦੀ ਕਰਾਣਾ ਤਾਂ ਉਹਨੂੰ ਨੌਨਸੈਂਸ ਕਹੇਂਗੀ? ਤਾਂ ਉਹ ਕੀ ਕਹਿੰਦੀ ਹੈ? ਮੈਰੀ ਵਿਸ਼ ਟੂ ਸੇ ਸਮਥਿੰਗ ਵੈਰੀ ਸੈਂਸੀਬਲ। ਹੁਣ ਮੈਰੀ ਕੁਝ ਚੰਗਾ ਕਹਿਣਾ ਚਾਹੁੰਦੀ ਹੈ ਵੀ ਮੈਂ ਕੁਝ ਚੰਗਾ ਜਵਾਬ ਦੇਵਾਂ ਕਿਉਂਕਿ ਮੈਂ ਬੜੀਆਂ ਕਿਤਾਬਾਂ ਪੜ੍ਹਦੀ ਹਾਂ, ਬਟ ਨਿਊ ਨੋਟ ਹਾਊ, ਪਰ ਇਹ ਨਹੀਂ ਪਤਾ ਕਿਵੇਂ ਬੋਲਦੀ, ਕੁਛ ਨਹੀਂ ਉੱਤੋਂ ਆਨਸਰ ਦਿੱਤਾ ਜਾਂਦਾ। ਤਾਂ ਕਹਿਣ ਦਾ ਮਤਲਬ ਇਹ ਹੋਇਆ ਬੇਟਾ ਕਿ ਮੈਰੀ ਦੀ ਵੀ ਇੱਥੇ ਸਾਨੂੰ ਇੱਕ ਕਰੈਕਟਰ ਦੀ ਗੱਲ ਪਤਾ ਲੱਗਦੀ ਹੈ ਕਿ ਇੰਨੀਆਂ ਬੁੱਕਸ ਪੜ੍ਹਨ ਦੇ ਬਾਵਜੂਦ ਵੀ ਜਦੋਂ ਲੋੜ ਹੁੰਦੀ ਹੈ ਕੋਈ ਗੱਲ ਕਹਿਣ ਦੀ ਉਤੋਂ ਕਹੀ ਨਹੀਂ ਜਾਂਦੀ। ਇਹ ਆਪਾਂ ਜਦੋਂ ਮੈਰੀ ਦਾ ਕਰੈਕਟਰ ਸਕੈਚ ਕਰਾਂਗੇ ਬੇਟਾ ਉਸ 'ਚ ਲਿਖਾਂਗੇ। ਵਾਈਲ ਮੈਰੀ ਇਜ਼ ਐਡਜਸਟਿੰਗ ਹਰ ਆਈਡੀਆਜ਼ ਹੀ ਕੰਟੀਨਿਊਡ, ਲੈਟ ਅਸ ਰਿਟਰਨ ਟੂ ਮਿਸਟਰ ਬਿੰਗਲੇ। ਹੁਣ ਦੇਖੋ ਫੇਰ ਉਹ ਛੇੜ ਰਹੇ ਹੈ, ਕਹਿੰਦੇ ਹਜੇ ਚਲੋ ਜਿਹੜੀ ਮੈਰੀ ਹੈ ਉਹ ਸੋਚ ਰਹੀ ਹੈ, ਸੋਚ ਵਿਚਾਰ ਕਰ ਰਹੀ ਹੈ, ਉਹਨੂੰ ਕਰਨ ਦੋ ਸੋਚ ਵਿਚਾਰ, ਆਪਾਂ ਚਲੋ ਮਿਸਟਰ ਬਿੰਗਲੇ ਵੱਲ ਆਨੇ ਹਾਂ। ਉਹਦਾ ਬਾਪੂ ਕਹਿੰਦਾ I am sick of Mr. Bingley, cried his wife. Mrs. Bennet ਕਹਿੰਦੀ ਮੈਂ ਤਾਂ ਮਿਸਟਰ ਬਿੰਗਲੇ ਤੋਂ ਹੁਣ ਸਿੱਕ ਹੋ ਗਈ, ਪਰੇਸ਼ਾਨ ਹੋ ਗਈ। ਬਾਰ-ਬਾਰ ਦੇਖੋ ਮਿਸਟਰ ਬਿੰਗਲੇ ਕਰੀ ਜਾ ਰਿਹਾ ਹੈ। ਕੌਣ ਭਲਾ? ਉਹਦਾ ਘਰ ਵਾਲਾ। ਇੱਕੋ ਗੱਲ ਨੂੰ ਬਾਰ-ਬਾਰ ਤੰਨੀ ਜਾ ਰਿਹਾ ਹੈ, ਤਾਂ ਉਹਦੀ ਘਰ ਵਾਲੀ ਕਹਿੰਦੀ ਮੈਂ ਤਾਂ ਪਰੇਸ਼ਾਨ ਹੋ ਗਈ। I am sorry to hear that, ਕਹਿੰਦੇ ਮੈਨੂੰ ਬੜਾ ਅਫਸੋਸ ਹੈ ਸੁਣ ਕੇ, but why did not you tell me so before? ਪਰ ਤੈਨੇ ਮੈਨੂੰ ਇਹਦੇ ਬਾਰੇ ਪਹਿਲਾਂ ਨਹੀਂ ਦੱਸਿਆ ਵੀ ਤੂੰ ਸਿੱਕ ਹੋ ਗਈ ਮਿਸਟਰ ਬਿੰਗਲੇ ਦੇ ਨਾਲ। If I had known as much this morning, ਜੇ ਮੈਨੂੰ ਸਵੇਰੇ ਪਤਾ ਹੁੰਦਾ ਇਸ ਗੱਲ ਦਾ ਵੀ ਤੂੰ ਮਿਸਟਰ ਬਿੰਗਲੇ ਤੋਂ ਤੰਗ ਹੋਈ ਵੀ ਹੈ, I certainly would not have called on him, ਮੈਂ ਉਸ ਨੂੰ ਅੱਜ ਮਿਲਣ ਨਾ ਜਾਂਦਾ। ਹੁਣ ਦੱਸ ਰਿਹਾ ਐਨੀ ਭਕਾਈ ਮਾਰ ਕੇ ਪੂਰੇ ਸੈਕਿੰਡ ਚੈਪਟਰ ਜਦ ਸ਼ੁਰੂ ਹੋ ਰਿਹਾ ਹੈ, ਕਦੇ ਉਹ ਆਪਣੀ ਘਰ ਵਾਲੀ ਨੂੰ ਟੀਜ਼ ਕਰ ਰਿਹਾ ਹੈ, ਉਹਨੂੰ ਤੰਗ ਕਰ ਰਿਹਾ, ਕਦੇ ਐਲਿਜ਼ਾਬੈਥ ਨੂੰ ਕੁਝ ਕਹਿ ਰਿਹਾ, ਕਦੇ ਕਿਟੀ ਨੂੰ ਕਹਿ ਰਿਹਾ, ਕਦੇ ਮੈਰੀ ਨੂੰ ਕਹਿ ਰਿਹਾ, ਸਭ ਨੂੰ ਛੇੜਖਾਨੀ ਸਭ ਨਾਲ ਕਰਕੇ ਹੁਣ ਐਂਡ 'ਚ ਅਨਾਉਂਸ ਕਰ ਰਿਹਾ ਹੈ। ਅਨਾਉਂਸ ਵੀ ਕਿਵੇਂ ਕਰ ਰਿਹਾ ਹੈ ਵੀ ਜੇ ਮੈਨੂੰ ਪਤਾ ਹੁੰਦਾ ਵੀ ਤੂੰ ਮਿਸਟਰ ਬਿੰਗਲੇ ਤੋਂ ਇੰਨੀ ਤੰਗ ਹੈ ਤਾਂ ਮੈਂ ਕਿਉਂ ਮਿਲਣ ਜਾਂਦਾ ਜੋ ਨੂੰ। ਇੱਥੇ ਲਿਖਿਆ ਨਾ ਕਾਲ ਔਨ ਹਿਮ, ਕਾਲ ਦਾ ਮਤਲਬ ਤਾਂ ਵੈਸੇ ਬੁਲਾਉਣਾ ਹੁੰਦਾ ਹੈ ਨਾ, ਬਟ ਜੇ ਇੱਥੇ ਕਾਲ ਦੇ ਪਿੱਛੇ ਬੇਟਾ ਔਨ ਪ੍ਰੈਪੋਜੀਸ਼ਨ ਪਾ ਦਈਏ ਤਾਂ ਇਹਦਾ ਮਤਲਬ ਹੁੰਦਾ ਵਿਜ਼ਿਟ ਕਰਨਾ, ਕਿ ਮੈਂ ਉਸ ਨੂੰ ਮਿਲਣ ਗਿਆ ਅੱਜ। ਇਟ ਇਜ਼ ਵੈਰੀ ਅਨਲੱਕੀ, ਕਹਿੰਦੇ ਤਾਂ ਬੜੀ ਗਲਤ ਗੱਲ ਹੋਈ, ਬਟ ਐਜ਼ ਆਈ ਹੈਵ ਐਕਚੁਅਲੀ ਪੇਡ ਦਾ ਵਿਜ਼ਿਟ, ਪਰ ਕਿਉਂਕਿ ਉਹਨਾਂ ਨੂੰ ਮਿਲਿਆ ਆ, ਮੈਂ ਉਸ ਨੂੰ ਮਿਲਿਆ ਆ,
ਵੀ ਕੈਨ ਨਾਟ escape ਦਾ ਐਕੁਆਇੰਟੈਂਸ ਨਾਓ, ਤਾਂ ਹੁਣ ਹੁਣ ਤਾਂ ਸਾਡੀ ਜਾਣ ਪਛਾਣ ਹੋ ਗਈ, ਤੋਂ ਅਸੀਂ ਹੁਣ ਮੁੱਕਰ ਨਹੀਂ ਸਕਦੇ। escape ਦਾ ਐਕੁਆਇੰਟੈਂਸ ਦਾ ਮਤਲਬ ਜਾਣ ਪਛਾਣ, ਮੈਨੂੰ ਤਾਂ ਜਾਣ ਪਛਾਣ ਹੋ ਗਈ, ਹੁਣ ਦੱਸ ਰਿਹਾ ਦੇਖ ਲਓ ਵੀ ਆਪਣੇ ਦਾ ਪੂਰੇ ਪਰਿਵਾਰ ਦੀ ਮੈਂ ਜਾਣ ਪਛਾਣ ਕਰਵਾਇਆ ਕਿਹਦੇ ਨਾਲ, ਮਿਸਟਰ ਬਿੰਗਲੇ ਨਾਲ। ਉਹ ਕਹਿੰਦਾ ਹੁਣ ਤੂੰ ਤੰਗ ਹੋ ਚਾਹੇ ਨਾ ਹੋ, ਹੁਣ ਤਾਂ ਮਿਸਟਰ ਬਿੰਗਲੇ ਨਾਲ ਆਪਣੀ ਜਾਣ ਪਛਾਣ ਹੋਊਗੀ। ਇਹਦਾ ਮਤਲਬ ਹੈ ਕਿ ਤੈਨੂੰ ਮਿਸਟਰ ਬਿੰਗਲੇ ਹੁਣ ਆਇਆ ਕਰੂ, ਮਿਲਿਆ ਕਰੂ, ਹੁਣ ਤੂੰ ਤੰਗ ਹੋਈ ਜਾਏਂਗੀ। ਉਹਦੀਆਂ ਜਿਹੜੀਆਂ ਗੱਲਾਂ ਨੇ ਨਾ ਮਿਸਟਰ ਬੈਨੇਟ ਦੀਆਂ ਬੇਟਾ, ਇਹ ਸਮਝਣ ਵਾਲੀਆਂ ਨੇ ਵੀ ਕਿੱਥੇ ਬੋਲਦਾ। The astonishment of the ladies was just when he wished। ਹੁਣ ਜਿਹੜੀਆਂ ਲੇਡੀਜ਼ ਦੀ ਹੈਰਾਨੀ, ਹੁਣ ਤੇ ਲੇਡੀ ਸਾਰੀਆਂ ਆ ਗਈਆਂ ਜਿਹੜੀਆਂ ਬੈਠੀਆਂ ਉੱਥੇ। ਦੇਖੋ ਲੀਜ਼ੀ ਦਾ ਨਾਮ ਆਇਆ, ਮੈਰੀ ਦਾ ਨਾਮ ਆਇਆ, ਕਿਟੀ ਦਾ ਨਾਮ ਆਇਆ, ਮੈਂ ਵੀ ਬਾਕੀ ਦੋਨੇ ਕੁੜੀਆਂ ਵੀ ਬੈਠੀਆਂ ਹੁਣ ਉੱਥੇ, ਲੀਡੀਆ ਵੀ ਬੈਠੀ ਹੋਵੇ ਤੇ ਜੇਨ ਵੀ ਬੈਠੀ ਹੋਵੇ। ਹਾਲਾਂਕਿ ਜੇਨ ਦਾ ਪੂਰੇ ਚੈਪਟਰ 2 'ਚ ਜ਼ਿਕਰ ਨਹੀਂ ਆਇਆ, ਬਟ ਲੱਗਦਾ ਹੈ ਕਿ ਉੱਥੇ ਸਾਰੀਆਂ ਬੈਠੀਆਂ ਸੀਗੀਆਂ। ਤਾਂ ਬਈ ਬੜੀਆਂ ਹੈਰਾਨ ਹੋਈਆਂ, ਐਸਟੋਨਿਸ਼ਮੈਂਟ ਦਾ ਮਤਲਬ ਹੈਰਾਨ ਹੋ ਗਈਆਂ। that of Mrs. Bennet perhaps surpassing the rest। ਹੁਣ ਸਾਰੀਆਂ ਹੈਰਾਨ ਹੋਈਆਂ, ਸਭ ਤੋਂ ਜ਼ਿਆਦਾ ਹੈਰਾਨ ਕੌਣ ਹੋਈ ਸੀ? ਮਿਸਿਸ ਬੈਨੇਟ। ਮਿਸਿਸ ਬੈਨੇਟ ਸਰਪਾਸਿੰਗ ਦਾ ਸਭ ਨੂੰ ਪਾਸ ਕਰ ਗਈ ਹੈਰਾਨ ਹੋਣ 'ਚ। though when the first tumult of joy was over she began to declare that it was what she had expected all the while। ਕਹਿੰਦੇ ਜਦੋਂ ਇਹ ਸਾਰੀ joy ਦਾ ਟਿਊਮਲਟ ਦਾ ਮਤਲਬ ਹੁੰਦਾ ਬੇਟਾ ਕਨਫਿਊਜ਼ਨ। ਪਹਿਲਾਂ ਕਨਫਿਊਜ਼ਨ ਹੀ ਪਈ ਹੋਈ ਸੀ ਨਾ, ਉਹ ਹੋਰੀ ਤਰ੍ਹਾਂ ਦੀਆਂ ਗੱਲਾਂ ਕਰੀ ਜਾ ਰਿਹਾ ਸੀ। ਤਾਂ ਹੁਣ ਉਹ ਜਦੋਂ ਸਾਰਾ ਖਤਮ ਹੋ ਗਿਆ ਤਾਂ ਹੁਣ ਉਸਨੇ ਕਿਹਾ, ਕਹਿੰਦੇ ਇਹ ਚੀਜ਼ ਤਾਂ ਮੈਂ ਕਿੰਨੀ ਦੇਰ ਤੋਂ ਚਾਹੁੰਦੀ ਸੀ ਵੀ ਸਾਡੀ ਇੰਟਰੋਡਕਸ਼ਨ ਹੋ ਜਾਏ ਮਿਸਟਰ ਬਿੰਗਲੇ ਨਾਲ, ਇਹ ਹੋਗੀ ਤਾਂ ਮੈਂ ਬੜੀ ਖੁਸ਼ ਹਾਂ। ਹਾਊ ਗੁੱਡ ਇਟ ਵਾਜ਼ ਇਨ ਯੂ ਮਾਈ ਡੀਅਰ ਮਿਸਟਰ ਬੈਨੇਟ। ਤੈਨੇ ਮਿਸਟਰ ਬੈਨੇਟ ਬਹੁਤ ਵਧੀਆ ਕਰਿਆ, ਬਹੁਤ ਵਧੀਆ ਕੰਮ ਕਰਿਆ, ਤੂੰ ਮਿਲਿਆ ਆ। ਬਟ ਆਈ ਨਿਊ ਆਈ ਸ਼ੁੱਡ ਪਰਸੁਏਡ ਯੂ ਐਟ ਲਾਸਟ। ਕਹਿੰਦੇ ਪਰ ਮੈਨੂੰ ਪਤਾ ਹੈ ਵੀ ਤੈਨੂੰ ਮੈਂ ਪਰਸੁਏਡ ਕਰਿਆ। ਪਰਸੁਏਡ ਦਾ ਮਤਲਬ ਮੈਂ ਜ਼ਿੱਦ ਕੀਤੀ, ਤੈਨੂੰ ਜ਼ਿੱਦ ਕਰਕੇ ਮਨਾਇਆ ਕਿ ਤੂੰ ਜਾ ਕੇ ਮਿਲ ਕੇ ਆਵੇਂ। ਹਾਲਾਂਕਿ ਤੁਹਾਨੂੰ ਪਤਾ ਹੈ ਵੀ ਉਹਦੇ ਕਰਕੇ ਨਹੀਂ ਗਿਆ, ਉਹ ਮਿਸਟਰ ਬੈਨੇਟ ਮਿਸਿਸ ਬੈਨੇਟ ਦੇ ਕਰਕੇ ਨਹੀਂ ਗਿਆ, ਉਹ ਆਪ ਗਿਆ ਆਪਣੀਆਂ ਲੜਕੀਆਂ ਦੇ ਕਰਕੇ। ਲੇਕਿਨ ਮਿਸਿਸ ਬੈਨੇਟ ਇਹ ਕਹਿਣਾ ਚਾਹੁੰਦੀ ਹੈ ਕਿ ਤੈਨੂੰ ਭੇਜਿਆ ਮੈਂ, ਤੈਨੂੰ ਮੈਂ ਬਾਰ-ਬਾਰ ਕਿਹਾ ਤਾਂ ਤੂੰ ਗਿਆ। ਕਹਿ ਨਹੀਂ ਦਿੰਦੀ ਹੁੰਦੀ ਘਰ ਵਾਲੀ ਵੀ ਬਾਰ-ਬਾਰ ਕਹਿ ਕੇ ਕੰਮ ਕਰਾਉਣਾ ਪੈਂਦਾ ਤੈਨੂੰ, ਇਹੀ ਕਹਿ ਰਹੀ ਹੈ ਉਹ। I was sure you loved your girls too well to neglect such an acquaintance। ਕਹਿੰਦੇ ਮੈਨੂੰ ਪੱਕਾ ਯਕੀਨ ਹੈ ਕਿ ਤੂੰ ਆਪਣੀਆਂ ਲੜਕੀਆਂ ਨੂੰ ਵੀ ਪਿਆਰ ਕਰਦਾ ਹੈ ਅਤੇ ਇਸੇ ਪਿਆਰ ਦੇ ਕਰਕੇ ਤੂੰ ਉਸ ਦੀ ਜਾਣ ਪਛਾਣ ਨੂੰ ਨਿਗਲੈਕਟ ਨਹੀਂ ਸੀ ਕਰ ਸਕਦਾ, ਤੂੰ ਛੱਡ ਨਹੀਂ ਸੀ ਸਕਦਾ। ਹੁਣ ਤੁਸੀਂ ਦੇਖੋ ਇੱਥੇ ਕਿਹਾ ਗਿਆ ਕਿ ਲਵਡ ਯੋਰ ਗਰਲਸ, ਇਹਦਾ ਮਤਲਬ ਕਿ ਉਹ ਮਿਸਟਰ ਬੈਨੇਟ ਆਪਣੀਆਂ ਕੁੜੀਆਂ ਨੂੰ ਪਿਆਰ ਕਰਦਾ ਹੈ ਸਿਰਫ ਇਸ ਕਰਕੇ ਕਿ ਉਹਨਾਂ ਨੇ ਸ਼ਾਦੀ ਕਰਾਣੀ ਹੈ, ਕਿਸੇ ਨੂੰ ਮਿਲ ਕੇ ਆਣਾ। ਦੇਖੋ ਉਹ ਪਿਆਰ ਨਹੀਂ। ਤੁਸੀਂ ਮਿਸਿਸ ਬੈਨੇਟ ਦੀ ਗੱਲ ਦੇਖੋ ਕੀ ਕਹਿਣਾ ਚਾਹੁੰਦੀ ਹੈ ਵੀ ਜੇ ਤੂੰ ਨਾ ਜਾਂਦਾ ਤਾਂ ਇਹਦਾ ਮਤਲਬ ਤੂੰ ਆਪਣੀ ਕੁੜੀਆਂ ਨੂੰ ਪਿਆਰ ਨਹੀਂ ਕਰਦਾ, ਹੁਣ ਤੂੰ ਚਲਾ ਗਿਆ ਇਹਦਾ ਮਤਲਬ ਤੂੰ ਕੁੜੀਆਂ ਨੂੰ ਪਿਆਰ ਕਰਦਾ। ਆਹ ਕਹਿਣਾ ਚਾਹੁੰਦੀ ਹੈ, ਕੋਈ ਗੱਲ ਬਣੀ ਹੋਈ। ਇੱਥੋਂ ਸਾਨੂੰ ਮਿਸਿਸ ਬੈਨੇਟ ਦੀ ਜਿਹੜੀ ਇੱਕ ਤਰ੍ਹਾਂ ਦਾ ਕਰੈਕਟਰ ਝਲਕਦਾ ਹੈ ਕਿ ਉਹਦੇ ਲਈ ਆਪਣੀਆਂ ਕੁੜੀਆਂ ਦੀ ਮੈਰਿਜ ਕਰਨੀ ਕਿੰਨੀ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ, ਉਹਨੂੰ ਹੋਰ ਕੋਈ ਗੱਲ ਨਹੀਂ ਦੇਖਦੀ। ਵੈਲ ਹਾਊ ਪਲੀਜ਼ਡ ਆਈ ਐਮ, ਮੈਂ ਬੜੀ ਖੁਸ਼ ਹਾਂ। ਐਂਡ ਇਟ ਇਜ਼ ਸੱਚ ਅ ਗੁੱਡ ਜੋਕ, ਪਰ ਇਹ ਬੜਾ ਤੂੰ ਵਧੀਆ ਸਾਡੇ ਨਾਲ ਮਜ਼ਾਕ ਕਰਿਆ। that you should have gone this morning, ਕਿ ਤੂੰ ਅੱਜ ਸਵੇਰੇ ਉਹਨੂੰ ਮਿਲ ਕੇ ਆਇਆ and never said a word about it till now। ਅਤੇ ਤੂੰ ਹੁਣ ਤੱਕ ਇੱਕ ਸ਼ਬਦ ਵੀ ਨਹੀਂ ਬੋਲਿਆ ਆਪਣੀ ਵਿਜ਼ਿਟ ਦਾ। ਤਾਂ ਸਾਡੇ ਨਾਲ ਜਿਹੜਾ ਤੈਨੇ ਮਜ਼ਾਕ ਕਰਿਆ, ਵਧੀਆ ਮਜ਼ਾਕ ਕਰਿਆ, ਗੁੱਡ ਜੌਬ। now kitty you may cough as much as you choose said Mr. Bennet। ਉਹ ਮਿਸਟਰ ਬੈਨੇਟ ਫੇਰ ਕਹਿੰਦਾ, ਕਿਟੀ ਹੁਣ ਤੇਰੀ ਮਾਂ ਖੁਸ਼ ਹੋ ਗਈ, ਹੁਣ ਖੰਘ ਲੈ ਜਿੰਨਾ ਖੰਘਣਾ ਦਿੰਦੇ। ਪਹਿਲਾਂ ਯਾਦ ਕਰੋ ਜਦੋਂ ਦੀ ਮਾਂ ਥੋੜੀ ਜਿਹੀ ਔਖੀ ਹੋ ਗਈ ਸੀ, ਉਹਨੇ ਕਿਟੀ ਨੂੰ ਕੀ ਕਿਹਾ ਸੀ ਵੀ ਤੂੰ ਖੰਘੀ ਨਾ ਜਾ, ਮੈਨੂੰ ਦੌਰੇ ਪੈਣੇ ਸ਼ੁਰੂ ਹੋ ਜਾਣ, ਇਹੀ ਕਿਹਾ ਸੀ। ਹੁਣ ਮਿਸਟਰ ਬੈਨੇਟ ਕਹਿੰਦਾ ਤੇਰੀ ਮਾਂ ਬਹੁਤ ਖੁਸ਼ ਹੈ, ਉਹਨੇ ਕਿਹਾ ਨਾ ਹਾਊ ਪਲੀਜ਼ਡ ਆਈ ਐਮ, ਇੱਥੇ ਲਿਖਿਆ ਨਾ ਹਾਊ ਪਲੀਜ਼ਡ ਆਈ ਐਮ, ਕਹਿੰਦਾ ਤੇਰੀ ਮਾਂ ਬਹੁਤ ਖੁਸ਼ ਹੈ ਕਿਟੀ, ਹੁਣ ਤੂੰ ਜ਼ੋਰ ਲਾ ਕੇ ਖੰਘ। ਦੇਖੋ ਫੇਰ ਉਹ ਟੀਜ਼ ਕਰ ਰਿਹਾ ਹੈ। ਐਂਡ ਐਜ਼ ਹੀ ਸਪੋਕ, ਜਿਵੇਂ ਹੀ ਉਹ ਬੋਲਿਆ ਹੀ ਲੈਫਟ ਦਾ ਰੂਮ, ਉਹ ਰੂਮ ਛੱਡ ਗਿਆ। ਫਟੀਗਡ ਵਿਦ ਦ ਰੈਪਚਰਸ ਆਫ ਹਿਜ਼ ਵਾਈਫ, ਕਿਉਂਕਿ ਆਪਣੀ ਵਾਈਫ ਦੀ ਰੈਪਚਰਸ ਤੋਂ ਅੱਕ ਗਿਆ ਸੀ। ਫਟੀਗ ਦਾ ਮਤਲਬ ਥੱਕ ਜਾਣਾ ਸੀ, ਫਟੀਗ ਦਾ ਮਤਲਬ ਹੁੰਦਾ ਬੇਟਾ ਟਾਇਰਡ, ਥੱਕ ਜਾਣਾ। ਤੇ ਇੱਥੇ ਰੈਪਚਰ ਦਾ ਮਤਲਬ ਹੁੰਦਾ ਹੈ ਫੀਲਿੰਗ ਆਫ ਐਕਸਟ੍ਰੀਮ ਜੋਏ, ਮਤਲਬ ਜਦ ਆਪਾਂ ਬਹੁਤ ਜ਼ਿਆਦਾ ਬੇਟਾ ਖੁਸ਼ ਹੁੰਦੇ ਆ ਨਾ, ਉਹਨੂੰ ਰੈਪਚਰ ਕਹਿੰਦੇ। ਕਿਉਂਕਿ ਉਹਨਾਂ ਦੀ ਘਰ ਵਾਲੀ ਬਹੁਤ ਜ਼ਿਆਦਾ ਖੁਸ਼ ਹੋ ਗਈ। ਹੁਣ ਉਹ ਕਹਿ ਰਹੀ ਆ ਹਾਊ ਪਲੀਜ਼ਡ ਆਈ ਐਮ, ਇਟ ਇਜ਼ ਅ ਗੁੱਡ ਜੋਕ, ਹੈ ਨਾ, ਇੱਦਾਂ ਦੀਆਂ ਗੱਲਾਂ ਉਹਨੇ ਕਹੀਆਂ ਵੀ ਮੇਰੀ ਘਰ ਵਾਲੀ ਦਾ ਹੁਣ ਐ ਦੰਦ ਕੱਢੂ ਬਹੁਤ ਉੱਚੀ ਉੱਚੀ ਵੀ ਚਲੋ ਆਪਾਂ ਚੱਲੀਏ, ਉਸ ਤੋਂ ਪਹਿਲਾਂ ਹੀ ਨਿਕਲ ਗਿਆ। ਹੁਣ ਇੱਥੋਂ ਸਾਨੂੰ ਮਿਸਿਸ ਬੈਨੇਟ ਦਾ ਇੱਕ ਹੋਰ ਕਰੈਕਟਰ ਵੀ ਪਤਾ ਲੱਗਦਾ ਹੈ ਵੀ ਜਦੋਂ ਉਹ ਖੁਸ਼ ਹੋਣਾ ਸ਼ੁਰੂ ਹੁੰਦੀ ਹੈ ਜਾਂ ਹੱਸਣਾ ਸ਼ੁਰੂ ਕਰਦੀ ਹੈ ਤਾਂ ਫਿਰ ਬਹੁਤ ਜ਼ਿਆਦਾ ਹੀ ਆਪੇ ਤੋਂ ਬਾਹਰ ਹੋ ਜਾਂਦੀ ਹੈ। ਇਹਦਾ ਮਤਲਬ ਇਮੋਸ਼ਨਲੀ ਸਟੇਬਲ ਪਰਸਨ ਨਹੀਂ ਹੈ। ਇੱਕ ਇਮੋਸ਼ਨਲੀ ਸਟੇਬਲ ਪਰਸਨ ਕੌਣ ਹੁੰਦਾ ਹੈ? ਜੋ ਲਿਮਿਟ 'ਚ ਹੱਸਦਾ ਹੈ, ਲਿਮਿਟ 'ਚ ਰੋਂਦਾ ਹੈ। ਰੋਣ ਲੱਗਦਾ ਰੋਈ ਹੋ ਜਾਵੇ, ਹੱਸਣ ਲੱਗਦਾ ਹੱਸੀ ਹੋ ਜਾਵੇ, ਤਾਂ ਉੱਦਾਂ ਦੀ ਕੁਛ ਕੌਣ ਹੈ ਜੀ? ਮਿਸਿਸ ਬੈਨੇਟ।
ਵਟ ਐਨ ਐਕਸੀਲੈਂਟ ਫਾਦਰ ਯੂ ਹੈਵ ਗਰਲਸ। ਹੁਣ ਉਹ ਕੁੜੀਆਂ ਨੂੰ ਕਹਿ ਰਹੀ ਆ ਮਿਸਟਰ ਬੈਨਟ ਤਾਂ ਚਲਾ ਗਿਆ ਕਮਰੇ 'ਚ, ਕਹਿੰਦੇ ਤੁਹਾਡਾ ਬਾਪੂ ਕਿੱਡਾ ਵਧੀਆ, ਐਕਸੀਲੈਂਟ ਫਾਦਰ ਕਿੱਡਾ ਵਧੀਆ। ਪਹਿਲਾਂ ਉਹਨੂੰ ਨੌਨਸੈਂਸ ਕਹਿ ਰਹੀ ਸੀ, ਦੇਖੋ ਨੌਨਸੈਂਸ ਕਹਿ ਰਹੀ ਸੀ ਨਾ, ਬਦਤਮੀਜ਼ ਬਦਤਮੀਜ਼ ਇਹ ਜਿਹੀਆਂ ਗੱਲਾਂ। ਹੁਣ ਕਹਿੰਦੇ ਕਿੰਨਾ ਐਕਸੀਲੈਂਟ ਫਾਦਰ ਹੈ ਤੁਹਾਡਾ। ਸੈਡ ਸ਼ੀ, ਉਸਨੇ ਕਿਹਾ ਵੈਨ ਦਾ ਡੋਰ ਵਾਸ ਸ਼ਟ, ਜਦੋਂ ਦਰਵਾਜ਼ਾ ਬੰਦ ਹੋ ਗਿਆ, ਮਿਸਟਰ ਬੈਨਟ ਨੇ ਦਰਵਾਜ਼ਾ ਬੰਦ ਕਰਕੇ ਚਲਾ ਗਿਆ ਸੀ ਨਾ ਉਹ। I do not know how you will ever make him amends for his kindness। ਕਹਿੰਦੇ ਮੈਨੂੰ ਇਹ ਨਹੀਂ ਪਤਾ ਵੀ ਤੁਸੀਂ ਆਪਣੇ ਫਾਦਰ ਦੀ ਹੈ ਜਿਹੜੀ ਕਾਈਂਡਨੈਸ ਉਹਨੇ ਦਿਖਾਈ ਹੈ ਨਾ, ਵਧੀਆ ਕੰਮ ਕਰਿਆ, ਮੇਕ ਅਮੈਂਡ, ਵੀ ਜਿਹੜਾ ਉਹ ਕੰਮ ਕਰਕੇ ਆਇਆ ਇਹਦੀ ਭਰਪਾਈ ਤੁਸੀਂ ਕਿਵੇਂ ਕਰੋਗੇ। ਮਤਲਬ ਸ਼ਾਇਦ ਉਹ ਇਹ ਕਹਿਣਾ ਚਾਹੁੰਦੀ ਹੈ ਵੀ ਉਹ ਤੁਹਾਨੂੰ ਇੰਟਰੋਡਿਊਸ ਤਾਂ ਕਰਾਇਆ, ਅੱਗੇ ਤੁਹਾਡਾ ਕੰਮ ਹੈ ਵੀ ਵਿਆਹ ਕਰਾਣਾ, ਦੇਖਦੇ ਆ ਵੀ ਕਿਵੇਂ ਵਿਆਹ ਹੁੰਦਾ ਹੈ, ਸ਼ਾਇਦ ਇਹੀ ਕਹਿਣਾ ਚਾਹੁੰਦੀ ਹੈ। ਔਰ ਮੀ ਈਦਰ ਫॉर दैट ਮੈਟਰ, ਇਹਦੇ 'ਚ ਮੈਂ ਵੀ ਕਹਿੰਦੀ ਸ਼ਾਮਲ ਹਾਂ ਜੇ ਕੰਮ ਹੋਇਆ, ਇਹ ਕੰਮ ਵੀ ਮੇਰੇ ਕਰਕੇ ਹੋਇਆ। ਔਰ ਮੀ ਈਦਰ, ਕਿਉਂਕਿ ਮੈਂ ਤੁਹਾਡੇ ਡੈਡੀ ਨੂੰ, ਪਾਪਾ ਨੂੰ ਕੀ ਕਰਿਆ, ਪੁਸ਼ ਕੀਤਾ ਉਹਨੂੰ ਮਿਲਣ ਦੇ ਲਈ, ਤਾਂ ਗਿਆ ਮਿਲਣ, ਮੇਰੇ ਕਰਕੇ ਗਿਆ, ਇਹ ਕਹਿ ਰਹੀ ਹੈ ਉਹ। ਐਟ ਅਵਰ ਟਾਈਮ ਆਫ ਲਾਈਫ ਇਟ ਇਜ਼ ਨੋਟ ਪਲੇਜ਼ੈਂਟ ਆਈ ਕੈਨ ਟੈਲ ਯੂ। ਕਹਿੰਦੇ ਇਸ ਟਾਈਮ ਦੇ ਵਿੱਚ ਇਹ ਕੋਈ ਇੰਨਾ ਵਧੀਆ ਨਹੀਂ ਹੁੰਦਾ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕੀ ਨਹੀਂ ਵਧੀਆ ਹੁੰਦਾ। ਟੂ ਬੀ ਮੇਕਿੰਗ ਨਿਊ ਅਕੈਂਟੈਂਸ ਐਵਰੀ ਡੇ, ਕਿ ਆਪਾਂ ਰੋਜ਼ ਕਿਸੇ ਨੂੰ ਮਿਲੀਏ, ਜਾਣ ਪਛਾਣ ਕਰੀਏ, ਰੋਜ਼ ਮਿਲਣਾ ਜੁਲਣਾ ਨਵੇਂ ਬੰਦਿਆਂ ਨੂੰ ਔਖਾ ਕੰਮ ਹੈ। ਬਟ ਫॉर ਯੂਅਰ ਸੇਕਸ ਵੀ ਸ਼ੁੱਡ ਡੂ ਐਨੀਥਿੰਗ, ਪਰ ਤੁਹਾਡੇ ਲਈ, ਤੁਹਾਡੇ ਵਿਆਹ ਦੇ ਲਈ ਅਸੀਂ ਕੁਝ ਵੀ ਕਰਾਂਗੇ। ਹੁਣ ਵੀ ਆ ਗਿਆ ਦੇ, ਤੁਹਾਡੇ ਵਿਆਹ ਦੇ ਲਈ ਅਸੀਂ ਕੁਝ ਵੀ ਕਰਾਂਗੇ, ਹਰ ਬੰਦੇ ਨੂੰ ਮਿਲਾਂਗੇ। ਲੀਡੀਆ, ਹੁਣ ਉਹ ਲੀਡੀਆ ਨੂੰ ਕਹਿ ਰਹੀ ਹੈ ਮਾਈ ਲਵ, ਜਿਵੇਂ ਆਪਾਂ ਕਹਿ ਦਿੰਦੇ ਹਾਂ ਜਿਹਨੂੰ ਆਪਾਂ ਪਿਆਰ ਕਰਦੇ ਹਾਂ, ਮਾਈ ਲਵ ਦੋ ਯੂ ਆਰ ਦਾ ਯੰਗੈਸਟ। ਕਹਿੰਦੇ ਚਾਹੇ ਤੂੰ ਸਭ ਤੋਂ ਛੋਟੀ ਹੈ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਸਭ ਤੋਂ ਛੋਟੀ ਲੜਕੀ ਕੌਣ ਹੈ ਜੀ ਪੰਜਾਂ ਚੋਂ, ਲੀਡੀਆ। ਲੀਡੀਆ ਜੀ 5ਵੇਂ ਨੰਬਰ ਤੇ ਹੈ, ਸਭ ਤੋਂ ਛੋਟੀ ਲੜਕੀ ਹੈ। ਕਹਿੰਦੇ ਤੂੰ ਸਭ ਤੋਂ ਛੋਟੀ ਹੈ। ਆਈ ਡੇਅਰ ਸੇ ਮਿਸਟਰ ਬਿੰਗਲੇ ਵਿਲ ਡਾਂਸ ਵਿਦ ਯੂ ਐਟ ਦਾ ਨੈਕਸਟ ਬਾਲ। ਪਰ ਮੈਨੂੰ ਐ ਲੱਗਦਾ ਹੈ ਕਿ ਮਿਸਟਰ ਬਿੰਗਲੇ ਬਾਲ ਦੇ ਵਿੱਚ, ਜਿਹਦੀ ਗੱਲ ਐਲਿਜ਼ਾਬੈਥ ਕਰ ਰਹੀ ਸੀ ਅਸੈਂਬਲੀ ਦੇ ਵਿੱਚ, ਤੇਰੇ ਨਾਲ ਡਾਂਸ ਕਰੂ। ਇਹ ਕਹਿਤਾ ਜੀ ਕਿਸਨੇ, ਮਿਸਿਸ ਬੈਨਟ ਨੇ। ਕਿਹਨੂੰ, ਲੀਡੀਆ ਨੂੰ। ਨਾ ਲੀਡੀਆ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਬੇਟਾ, ਲੀਡੀਆ ਹੈਗੀ ਇਸ ਟਾਈਮ 15 ਸਾਲ, ਸਭ ਤੋਂ ਛੋਟੀ ਲੜਕੀ ਹੈ। ਬਾਕੀ 20s ਦੇ ਨੇੜੇ ਹੈ, ਕੋਈ 19 ਸਾਲ ਦੀ, ਕੋਈ 18, ਕੋਈ 20, ਇਹ 15 ਸਾਲ ਦੀ ਸਭ ਤੋਂ ਛੋਟੀ ਹੈ। ਤੇ ਇਹ ਸਭ ਤੋਂ ਜ਼ਿਆਦਾ ਫੇਵਰੇਟ ਹੈ ਮਿਸਿਸ ਬੈਨਟ ਦੀ। ਤੁਸੀਂ ਕਈ ਜਗ੍ਹਾ ਦੇਖੋਗੇ ਉਹ ਲੀਡੀਆ ਨੂੰ ਪ੍ਰੈਫਰ ਕਰਦੀ ਹੈ। ਤੇ ਮਿਸਟਰ ਬੈਨਟ ਦੀ ਫੇਵਰੇਟ ਕੌਣ ਹੈ, ਲਿਜ਼ੀ। ਧਿਆਨ ਰੱਖਣਾ, 3 ਕੁੜੀਆਂ ਹੋਰ ਵੀ ਨੇ, ਮੈਰੀ ਵੀ ਹੈ, ਜੇਨ ਵੀ ਹੈ ਤੇ ਕਿਟੀ ਵੀ ਹੈ। ਥੋੜਾ ਜਿਹਾ ਲੀਡੀਆ ਬਾਰੇ ਦੱਸਦਾ ਜੀ ਕਿ ਇਹ ਵੀ ਬਹੁਤੀ ਅਕਲ ਵਾਲੀ ਨਹੀਂ ਹੈ, ਅਕਲ ਉਕਲ ਇਹਨੂੰ ਵੀ ਬਹੁਤ ਜ਼ਿਆਦਾ ਨਹੀਂ ਹੈ, ਇਹਨੂੰ ਨਹੀਂ ਪਤਾ ਲੱਗਦਾ ਕੀ ਕਹਿਣਾ ਕੀ ਨਹੀਂ ਕਹਿਣਾ। ਅੱਛਾ ਦੇਖੋ ਕੀ ਕਹਿੰਦੀ ਆ ਉਹ, ਇੱਥੋਂ ਹੀ ਪਤਾ ਲੱਗ ਜੂ ਤੁਹਾਨੂੰ। ਉਹ ਸੈਡ ਲੀਡੀਆ, ਲੀਡੀਆ ਕਹਿੰਦੀ ਹੈ ਸਟਾਊਟਲੀ। ਨਾ ਇੱਥੇ ਸਟਾਊਟਲੀ ਦਾ ਮਤਲਬ ਹੁੰਦਾ ਬੇਟਾ ਵੀ ਬਰੇਵਲੀ, ਬੋਲਡਲੀ, ਮਤਲਬ ਕਿ ਜਦੋਂ ਆਪਾਂ ਬੇਫਿਕਰ ਹੋ ਕੇ ਬੋਲਦੇ ਆ, ਇਹ ਨਹੀਂ ਸੋਚਦੇ ਕਿ ਅਸੀਂ ਕੀ ਕਿਹਾ ਕੀ ਨਹੀਂ ਕਿਹਾ, ਉਸ ਸਮੇਂ ਆਪਾਂ ਇਹਨੂੰ ਕਹਿੰਦੇ ਆ ਜੀ ਸਟਾਊਟਲੀ। ਤਾਂ ਬੋਲਡ ਹੋ ਕੇ ਬੋਲਦੀ ਹੈ, ਆਈ ਐਮ ਨੋਟ ਅਫਰੇਡ, ਮੈਨੂੰ ਕੋਈ ਡਰ ਡੁਰ ਨਹੀਂ। ਫॉर दो आई एम द यंगेस्ट, ਚਾਹੇ ਮੈਂ ਸਭ ਤੋਂ ਛੋਟੀ ਹਾਂ। आई एम द टॉलेस्ट, ਮੈਂ ਸਭ ਤੋਂ ਲੰਬੀ ਵੀ। ਉਹਨੇ ਕਿਹਾ ਸੀਗਾ ਨਾ ਲੀਡੀਆ ਮਾਈ ਲਵ, ਦੋ ਯੂ ਆਰ ਦਾ ਯੰਗੈਸਟ, ਚਾਹੇ ਤੂੰ ਸਭ ਤੋਂ ਛੋਟੀ ਹੈ ਪਰ ਮੈਨੂੰ ਲੱਗਦਾ ਹੈ ਕਿ ਮਿਸਟਰ ਬਿੰਗਲੇ ਤੇਰੇ ਨਾਲ ਡਾਂਸ ਕਰੂਗਾ। ਹੈ ਤੂੰ ਸਭ ਤੋਂ ਛੋਟੀ, ਕੀ ਹੋਇਆ ਸਭ ਤੋਂ ਛੋਟੀ ਹੈ, ਲੰਬੀ ਤਾਂ ਮੈਂ ਹੀ ਆ ਕਹਿੰਦੀ, ਤੇ ਹੈ ਵੀ ਆ ਉਹ ਲੀਡੀਆ, ਹੈ ਵੀ ਸਭ ਤੋਂ ਲੰਬੀ ਹੈ। ਹਾਲਾਂਕਿ ਸਭ ਤੋਂ ਛੋਟੀ ਹੈ ਲੇਕਿਨ ਇੰਨੀ ਜ਼ਿਆਦਾ ਉਹ ਗਰੋ ਕਰ ਗਈ। ਕਈ ਹੁੰਦੀਆਂ ਨਾ ਲੜਕੀਆਂ ਥੋੜਾ ਜਲਦੀ ਜਵਾਨ ਹੋ ਜਾਂਦੀਆਂ ਨੇ, ਮਤਲਬ ਕਿ ਲੱਗਦੀਆਂ ਨੇ ਜਵਾਨ ਹੋ ਗਈਆਂ, ਹਾਲਾਂਕਿ ਛੋਟੀਆਂ ਹੁੰਦੀਆਂ ਨੇ। ਉਹਨਾਂ ਚੋਂ ਇੱਕ ਕੌਣ ਹੈ ਜੀ, ਲੀਡੀਆ। ਉਹੀ ਕਹਿ ਰਹੀ ਹੈ, ਕਹਿੰਦੀ ਚਾਹੇ ਮੈਂ ਛੋਟੀ ਹਾਂ ਪਰ ਲੰਬੀ ਤਾਂ ਮੈਂ ਹੀ ਹੈ, ਮੇਰੇ ਨਾਲ ਹੀ ਡਾਂਸ ਕਰੂ ਤੇ ਮੈਨੂੰ ਕੋਈ ਡਰ ਡੁਰ ਨਹੀਂ ਕਹਿੰਦੀ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਕਿ ਉਹਨੂੰ ਬੋਲਣ ਬਾਲਣ ਦੀ ਬਹੁਤੀ ਅਕਲ ਹੈ ਨਹੀਂ। ਯਾਦ ਕਰੋ ਚੈਪਟਰ 1 ਦੇ ਵਿੱਚ ਲੀਡੀਆ ਬਾਰੇ ਕੀ ਦੱਸਿਆ ਸੀਗਾ, ਉਹਦੀ ਮਾਂ ਨੇ ਗੁੱਡ ਹਿਊਮਰਡ। ਇੱਥੋਂ ਸਾਨੂੰ ਉਹਦੇ ਹਿਊਮਰ ਦਾ ਪਤਾ ਚੱਲ ਗਿਆ। The rest of the evening was spent in conjecturing how soon he would return Mr. Bennet visit। ਕਹਿੰਦੇ ਹੁਣ ਬਾਕੀ ਸਾਰੀ ਸ਼ਾਮ, ਬਾਪੂ ਤਾਂ ਚਲਾ ਗਿਆ ਸੌਣ, ਇਹ ਸਾਰੀਆਂ 5 ਕੁੜੀਆਂ ਤੇ ਮਾਂ ਬੈਠੀ ਹੈ। ਹੁਣ ਇਹ ਸਾਰਾ ਇਹ ਗੈਸ ਕਰ ਰਹੇ, ਕੰਜੈਕਚਰਿੰਗ ਦਾ ਮਤਲਬ ਹੁੰਦਾ ਬੇਟਾ ਗੈਸ ਕਰਨਾ। ਹੁਣ ਇਹ ਸਾਰਾ ਗੈਸਿੰਗ ਚੱਲ ਰਹੀ ਹੈ ਕਿ ਆਪਾਂ ਮਿਸਟਰ ਬੈਨਟ ਨੂੰ ਕਦੋਂ ਬੁਲਾਣਾ, ਕਦੋਂ ਮਿਸਟਰ ਬੈਨਟ ਸਾਨੂੰ ਮਿਲਣ ਆਊਗਾ। ਅਤੇ ਫਿਰ ਇਹ ਸੋਚਣ 'ਚ ਉਹਨਾਂ ਦਾ ਟਾਈਮ ਬੀਤ ਗਿਆ ਕਿ when they should ask him to dinner, ਅਸੀਂ ਉਸ ਨੂੰ ਡਿਨਰ ਤੇ ਕਦ ਬੁਲਾਈਏ, ਕਿਉਂਕਿ ਜਾਣ ਪਛਾਣ ਤਾਂ ਹੋਊਗੀ। ਤਾਂ ਹੁਣ ਆਪਾਂ ਮਿਸਟਰ ਬਿੰਗਲੇ ਨੂੰ ਡਿਨਰ ਤੇ ਬੁਲਾ ਲਈਏ। ਇਹ ਗੱਲ ਦੀ ਚਰਚਾ ਚੱਲ ਰਹੀ ਹੈ 5 ਕੁੜੀਆਂ ਤੇ ਉਹਨਾਂ ਦੀ ਮਾਂ ਦੇ ਵਿੱਚ। ਦਿਸ ਵਾਜ਼ ਯੋਰ ਚੈਪਟਰ 2। ਇਸ ਦੇ ਨਾਲ ਹੀ ਸਟੂਡੈਂਟ ਸਾਡੀ ਚੈਪਟਰ 2 ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਖਤਮ ਹੁੰਦੀ ਹੈ। ਉਮੀਦ ਹੈ ਬੱਚਿਓ ਤੁਹਾਨੂੰ ਚੈਪਟਰ 1 ਦੀ ਤਰ੍ਹਾਂ ਚੈਪਟਰ 2 ਦੀ ਵੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ।
ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਜਿਵੇਂ ਕਿ ਬੱਚੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮੈਂ ਇਸ ਚੈਪਟਰ 2 ਦੇ ਟੈਕਸਟ ਦੇ ਬੇਸ ਦੇ ਉੱਪਰ ਇੱਕ ਮਲਟੀਪਲ ਚੁਆਇਸ ਕੁਐਸਚਨ ਵਾਲਾ ਕੁਇਜ਼ ਬਣਾਇਆ ਹੋਇਆ ਹੈ, ਜਿਸ ਦੇ ਵਿੱਚ ਮੈਂ ਹਰ ਤਰ੍ਹਾਂ ਦੇ ਕੁਐਸਚਨਸ ਪਾਏ ਨੇ। ਟਰੂ ਫਾਲਸ ਵੀ ਨੇ, ਯੈਸ ਔਰ ਨੋ ਵਾਲੇ ਵੀ ਨੇ, ਵਨ ਵਰਡ ਆਨਸਰ ਵਾਲੇ ਵੀ ਨੇ ਅਤੇ ਕਰੈਕਟ ਆਪਸ਼ਨ ਟਿਕ ਕਰਨ ਵਾਲੇ ਵੀ ਨੇ। ਇਦਾਂ ਦੇ ਕੁਐਸਚਨਸ ਤੁਹਾਨੂੰ ਐਗਜ਼ਾਮੀਨੇਸ਼ਨ ਦੇ ਵਿੱਚ ਪੁੱਛੇ ਜਾਂਦੇ ਨੇ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਹ ਵਾਲਾ ਕੁਇਜ਼ ਜ਼ਰੂਰ ਅਟੈਂਪਟ ਕਰੋ। ਇਸ ਕੁਇਜ਼ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਜਿਵੇਂ ਹੀ ਤੁਸੀਂ ਲਿੰਕ ਦੇ ਉੱਪਰ ਕਲਿੱਕ ਕਰੋਗੇ ਤੁਸੀਂ ਡਾਇਰੈਕਟ ਕੁਇਜ਼ ਤੇ ਪਹੁੰਚ ਜਾਓਗੇ ਅਤੇ ਉਸ ਤੋਂ ਬਾਅਦ ਤੁਸੀਂ ਕੁਇਜ਼ ਨੂੰ ਸਬਮਿਟ ਕਰ ਸਕਦੇ ਹੋ। ਇਸ ਦੀ ਫੀਡਬੈਕ ਮੈਂ ਤੁਹਾਨੂੰ ਨਾਲ ਦੀ ਨਾਲ ਪ੍ਰੋਵਾਈਡ ਕਰਾਂਗਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਨੋਵਲ ਦੇ ਚੈਪਟਰ 3 ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।